ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਅਕਾਲ ਐਡਵਾਈਸ ਬਿਊਰੋ ਦੇ ਵਿੱਚ। ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਅਕਾਲ ਚੈਨਲ ਜਿੱਥੇ ਅਸੀਂ ਰਾਜਨੀਤਿਕ ਪ੍ਰਚਾਰ, ਗੁਰਬਾਣੀ ਪ੍ਰਚਾਰ ਜਾਂ ਹੋਰ ਕਿਸਮ ਦਾ ਅਸੀਂ ਪ੍ਰਚਾਰ ਕਰਦੇ ਹੁੰਦੇ ਆ, ਉੱਥੇ ਸਾਡੀ ਕੋਸ਼ਿਸ਼ ਇਹ ਹਮੇਸ਼ਾ ਹੁੰਦੀ ਆ ਕਿ ਅਸੀਂ ਸੰਗਤਾਂ ਲਈ ਵੀ ਇਹੋ ਜਿਹੇ ਪ੍ਰੋਗਰਾਮ ਦਈਏ ਜਿਹਦੇ ਵਿੱਚ ਉਹਨਾਂ ਨੂੰ ਕੁਝ ਪਤਾ ਲੱਗੇ ਕਿ ਦੁਨੀਆ ਦੇ ਵਿੱਚ ਜਿਹੜੇ ਚੇਂਜਸ ਆਏ ਹੋ ਆ, ਸੱਭਿਆਚਾਰ ਦੇ ਵਿੱਚ ਜਿਹੜੇ ਚੇਂਜਸ ਆਏ ਹੋ ਆ ਤੇ ਲੋਜ਼ ਦੇ ਵਿੱਚ ਜਿਹੜੇ ਚੇਂਜਸ ਆਏ ਹੋ ਆ, ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਪਤਾ ਲੱਗੇ ਤੇ ਜੈਨੂਅਨ ਨੌਲੇਜ ਉਹਨਾਂ ਨੂੰ ਹੋਵੇ ਕਿ ਜਾਣ ਤੋਂ ਬਾਅਦ, ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨਾਲ ਕੀ ਹੋ ਸਕਦਾ ਤੇ ਕਿਸ ਤਰ੍ਹਾਂ ਦੇ ਪ੍ਰੋਬਲਮਸ ਜਿਹੜੇ ਆ ਸਕਦੇ ਆ, ਕਿਤੇ ਉਹਨਾਂ ਦੇ ਸੋਲੂਸ਼ਨਸ ਕੀ ਹੋ ਸਕਦੇ ਆ। ਸੋ ਅਕਾਲ ਐਡਵਾਈਸ ਬਿਊਰੋ ਹਮੇਸ਼ਾ ਵੱਖ-ਵੱਖ ਟੌਪਿਕਸ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਹੁੰਦਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਵਿਲਸ ਟਰਸਟ ਤੇ ਫਿਊਨਰਲ ਪਲੈਨਿੰਗ ਦੇ ਉੱਤੇ ਹੈਗਾ ਤੇ ਸਾਡੇ ਨਾਲ ਹਮੇਸ਼ਾ ਰਾਜ ਭਾਈ ਜੋ ਕਿ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਆ। ਆਓ ਉਹਨਾਂ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਈਏ ਤੇ ਫਿਰ ਇਸ ਕਾਫਲੇ ਨੂੰ ਅਸੀਂ ਅੱਗੇ ਵਧਾਈਏ। ਰਾਜ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। How's your week been so far ਭਾਜੀ? Week ਤਾਂ every week busy ਹੁੰਦਾ but very good। ਹਾਂਜੀ ਵਧੀਆ ਰਿਹਾ ਵੀਕ। ਹਾਂਜੀ ਬਹੁਤ ਵਧੀਆ। ਹਾਂਜੀ ਸੋ ਸ਼ੁਰੂ ਆਪਾਂ ਕਰਦੇ ਹਾਂ ਜੀ starting from probate because probate ਦਾ ਜਿਹੜਾ ਪ੍ਰੋਸੈਸ ਆ ਉਹ ਇੱਕ ਕਿਸਮ ਦਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ probate ਦਾ ਪ੍ਰੋਸੈਸ ਕੀ ਹੁੰਦਾ। I mean I don't know what it is, so you know ਉਸ ਦਾ ਪ੍ਰੋਸੈਸ ਹੁੰਦਾ ਕੀ ਆ ਤੇ ਉਹ ਤੋਂ ਜਿਹੜੇ we could say the miscellaneous things that are in there ਉਹਦੇ ਬਾਰੇ ਵੀ ਮਰਜ਼ੀ ਦੱਸੋ। ਠੀਕ ਹੈ, ਪਰ ਸਭ ਤੋਂ ਪਹਿਲਾਂ ਜਿਹੜਾ probate ਹੁੰਦਾ ਉਹ ਜਦੋਂ ਡੈਥ ਤੋਂ ਬਾਅਦ 'ਚ ਉਹ ਪ੍ਰੋਸੈਸ ਹੁੰਦਾ, ਪ੍ਰੋਬੇਟ ਕਹਿੰਦੇ ਆ। ਹਾਂਜੀ ਤੁਸੀਂ ਦੇਖੋ ਜੀ, ਤੁਸੀਂ ਵਿਲ ਬਣਾਈ, ਤੁਸੀਂ ਵਿਲ ਦੇ ਵਿੱਚ ਲਿਖਿਆ ਜਿਹੜੇ ਮੇਰਾ ਆਹ ਘਰ ਉਹਨੂੰ ਜਾਣਾ, ਆਹ ਪੈਸੇ ਇਹਨੂੰ ਜਾਣੇ, ਪਰ ਉਹ ਕਿੰਨੇ ਕਰਨਾ, ਅੱਛਾ ਕਿੱਦਾਂ ਟ੍ਰਾਂਸਫਰ ਕਰਨਾ, ਸਾਰਾ ਕੁਛ ਹੈ। ਹਾਂਜੀ ਪਰ ਉਹਦਾ ਸੈੱਟ ਲਿਸਟ ਹੁੰਦਾ ਤਾਂ ਕਿ ਜਦੋਂ ਮੈਂ ਆਹ ਕੁਐਸਚਨ ਪੁੱਛਦਾ ਆ ਕਸਟਮਰ ਨੂੰ, ਤੁਸੀਂ ਕਿਹਦਾ ਨਾਂ ਲਿਖਣਾ, ਤਾਂ ਕਿ ਆਹ ਹੈਗੀ ਐਗਜ਼ੈਕਟਿਵ ਦੀ ਜ਼ਿੰਮੇਵਾਰੀ। ਓਕੇ ਇਜ਼ देयर ਰਿਸਪੌਂਸਿਬਿਲਿਟੀ। ਹਾਂਜੀ ਉਹ ਕਹਿ ਦਿੰਦੇ ਚਲੋ ਮੁੰਡੇ ਦਾ ਨਾਂ ਲਿਖ ਲੈਂਦੇ ਜਾਂ ਕੁੜੀ ਦਾ ਨਾਂ ਲਿਖ ਲੈਂਦੇ। ਮੈਂ ਕਿਹਾ ਉਹ ਤਾਂ ਠੀਕ ਆ ਪਰ ਰਿਸਪੌਂਸਿਬਿਲਿਟੀ ਬਹੁਤ ਵੱਡੀ ਆ। ਅੱਛਾ ਵੈਰੀ ਨੋ। ਮੈਂ ਫਿਰ ਇੱਥੇ ਲਿਸਟ ਦਾ ਲਿਖਿਆ ਇੱਥੇ, ਫਿਰ ਉਹ ਕੀ ਆ। ਸਭ ਤੋਂ ਪਹਿਲਾਂ ਉਹਨਾਂ ਨੇ ਦੇਖਣਾ ਪਿਆ ਜੇ ਵਿਲ ਬਣਾਈ, ਜੇ ਡੈਡ ਦੀ ਡੈਥ ਹੋਈ ਫਿਰ ਦੇਖਣਾ ਪਿਆ ਜੇ ਡੈਡ ਨੇ ਵਿਲ ਬਣਾਈ, ਜੇ ਵਿਲ ਬਣਾਈ ਆ ਫਿਰ ਕਿੱਥੇ ਰੱਖੀ ਆ। ਹਾਂਜੀ ਫਿਰ ਉਹਦੇ ਵਿੱਚ ਦੇਖਣਾ ਪੈਣਾ ਕੀ ਕੁਛ ਲਿਖਿਆ। That's the first thing। ਜੇ ਵਿਲ ਨਹੀਂ ਬਣਾਈ ਤਾਂ ਫਿਰ ਕੀ ਉਹਦੇ ਬਾਰੇ ਫਿਰ ਕੀ ਹੁੰਦਾ? ਫਿਰ ਜੇ ਜੋ ਵਿਲ ਬਣਾਉਂਦੇ ਐਗਜ਼ੈਕਟਿਵ ਦਾ ਨਾਮ ਲਿਖਣਾ ਪੈਣਾ। ਜੇ ਵਿਲ ਨਹੀਂ ਬਣਾਈ ਫਿਰ ਕਿਸੇ ਨੇ ਅਪਲਾਈ ਕਰਨਾ ਪੈਣਾ ਟੂ ਬੀ ਐਗਜ਼ੈਕਟਿਵ। ਰਾਈਟ ਪਰ ਐਗਜ਼ੈਕਟਿਵ ਨਹੀਂ ਕਹਿੰਦੇ, ਐਡਮਿਨਿਸਟ੍ਰੇਟਰ ਕਹਿੰਦੇ ਆ। ਅੱਛਾ ਫਿਰ ਉਹ ਅਪਲਾਈ ਕਰਨਾ ਪੈਣਾ। So that's an even longer process। longer process। ਫਿਰ ਉਸ ਤੋਂ ਬਾਅਦ 'ਚ ਦੇਖਣਾ ਪੈਣਾ estate ਦੀ ਵੈਲਿਊ ਕਿੰਨੀ ਆ। ਜਦੋਂ ਮੈਂ ਮਿਲਣ ਜਾਂਦਾ ਮੈਂ ਉਹਨਾਂ ਨੂੰ ਪੁੱਛਣਾ ਰਫਲੀ ਕਿੰਨੇ ਘਰ ਦੀ ਕੀ ਵੈਲਿਊ ਆ, ਸੇਵਿੰਗਸ ਦੀ ਰਫਲੀ ਕੀ ਆ, ਤੁਹਾਡੀ ਹਾਊ ਬਿਗ ਦੀ estate is। ਬਟ ਜਦੋਂ ਡੈਥ ਦਾ ਟਾਈਮ ਉਦੋਂ ਦੇਖਣਾ ਪੈਣਾ ਦੀ ਐਗਜ਼ੈਕਟ ਅਮਾਊਂਟ। ਫਿਰ ਬੈਂਕ ਦੇ ਸਟੇਟਮੈਂਟ ਚਾਹੀਦੇ ਆ। ਹਾਂਜੀ ਫਿਰ ਘਰ ਦੀ ਵੈਲਿਊ ਚਾਹੇ ਪ੍ਰੋਫੈਸ਼ਨਲ ਵੈਲਿਊਏਸ਼ਨਸ, ਫਿਰ ਪਤਾ ਲੱਗਦਾ ਹੈ ਫਿਰ ਹਾਊ ਬਿਗ ਦੀ estate is। ਫਿਰ ਉਦੋਂ ਉਸ ਤੋਂ ਬਾਅਦ 'ਚ ਅਪਲਾਈ ਕਰਨਾ ਪੈਣਾ, ਪ੍ਰੋਬੇਟ ਦਾ ਅਪਲਾਈ ਕਰਨਾ ਪੈਣਾ। ਅੱਛਾ ਸਾਰੀ ਚਿੱਠੀ ਦਾ ਲਿਖ ਕੇ ਫਾਰਮ ਦਾ ਫਿਲ ਕਰਕੇ ਯੂ ਹੈਵ ਟੂ ਅਪਲਾਈ ਫॉर ਪ੍ਰੋਬੇਟ। ਰਾਈਟ ਐਂਡ ਦੈਨ ਫਿਰ ਜਦੋਂ HMRC ਉਹ ਦੇਖਦੇ ਸਾਰਾ ਕੁਛ, ਫਿਰ ਉਹ ਦੇਖਦੇ ਤੁਹਾਡਾ ਇਨਹੈਰੀਟੈਂਸ ਟੈਕਸ ਆ, ਸਾਨੂੰ ਪਹਿਲਾਂ ਪੈਸੇ ਚਾਹੀਦੇ ਆ। ਹਾਂਜੀ ਫਿਰ ਉਹ ਹੈਗੀ ਐਗਜ਼ੈਕਟਿਵ ਦੀ ਰਿਸਪੌਂਸਿਬਿਲਿਟੀ। ਦੈਟਸ ਅ ਬਿਗ ਥਿੰਗ। ਤਾਂ ਕਿ ਫਿਰ ਪਰਸਨਲੀ ਐਗਜ਼ੈਕਟਿਵ ਨੂੰ ਆਪ ਪੈਸੇ ਦੇਣੇ ਪੈਣੇ ਆ। ਜੇ HMRC ਕਹਿੰਦੇ ਆ ਸਾਡਾ ਬਿੱਲ ਹੈਗਾ 50,000 ਜਾਂ 1 ਲੱਖ, ਉਹ ਐਗਜ਼ੈਕਟਿਵ ਨੇ ਆਪ ਦੇਣੇ ਪੈਣੇ। ਸੋ ਤੁਸੀਂ ਐਗਜ਼ੈਕਟਿਵ ਦੀ ਗੱਲ ਕੀਤੀ ਆ ਤੇ ਐਗਜ਼ੈਕਟਿਵ ਦੇ ਹੋਰ ਕਿਹੜੇ ਡਿਊਟੀਜ਼ ਮੇਨ ਹੁੰਦੇ ਆ? ਉਹਦੇ ਡਿਊਟੀ ਜਿੱਦਾਂ ਆਹੀ ਜਦੋਂ ਮੈਂ ਐਕਸਪਲੇਨ ਕਰਦਾ ਪ੍ਰੋਬੇਟ ਦਾ, that's their main, this is their duty। but ਜੇ ਉਹ personally liable ਆ to do all this। personally liable। ਤਾਂ ਕਿ ਇੱਕ ਡੈਡੀ ਦੀ ਡੈਥ ਹੋ ਗਈ ਸੀ, ਉਹਦੇ ਵਿਲ ਦੇ ਵਿੱਚ ਲਿਖਿਆ ਸੀ ਮੇਰਾ ਮੁੰਡਾ ਐਗਜ਼ੈਕਟਿਵ ਆ, ਸਾਰਾ ਕੁਛ 3 ਹਿੱਸੇ ਕਰਨੇ। ਉਹਨੇ ਵਿਲ ਪਾੜ ਕੇ ਕਹਿੰਦੇ ਆਹ ਕਰ ਉੱਧਰ, ਆਹ ਕਰ ਇਹਨੂੰ ਇੰਨੇ ਪੈਸੇ ਏਦਾਂ, ਸਾਰੇ 3 ਹਿੱਸੇ ਇਕੁਅਲ ਕੀਤੇ। ਹਾਂਜੀ ਫਿਰ ਤਾਂ ਹੀ carried on। ਫਿਰ HMRC ਦੀ ਚਿੱਠੀ ਆਈ ਮੁੰਡੇ ਨੂੰ, ਕਹਿੰਦੀ ਸਾਡਾ ਹਿੱਸਾ ਕਿੱਥੇ ਆ? ਉਹ ਕਹਿੰਦੇ ਤੁਹਾਡਾ ਹਿੱਸਾ ਕਿੱਥੇ? what do you mean? ਹਾਂਜੀ ਉਹ ਕਹਿੰਦੇ ਸਾਡੇ ਕੈਲਕੂਲੇਸ਼ਨ ਕੀਤੇ ਆ, you owe us about 60,000 pound। ਉਹ ਕਹਿੰਦੇ ਮੇਰੇ 60,000 pound ਹੈਗੇ ਨੇ। ਸਾਰਾ ਕੁਝ ਪਹਿਲਾਂ ਹੀ ਦਿੱਤਾ। So then he's paying ਹੌਲੀ ਦਿੰਦਾ, but you have to pay back within 6 months। I see। So it's a very big responsibility। This is why ਮੈਂ ਉਹਨਾਂ ਸਾਰਿਆਂ ਨੂੰ ਕਹਿੰਦਾ ਚਲੋ ਠੀਕ ਤੁਸੀਂ
ਮੁੰਡੇ ਕੁੜੀ ਨੂੰ ਬਣਾਉਣਾ ਐਗਜ਼ੀਕਿਊਟਰ but have a reserve ਜਿੱਦਾਂ professional executor ਠੀਕ ਹੈ ਹੋ ਸਕਦਾ solicitor accountant ਹਾਂਜੀ anyone like that ਮੈਂ ਵੀ ਬਣ ਸਕਦਾ executor ਹਾਂਜੀ but ਫਿਰ ਮੈਨੂੰ personally liable ਆ yeah I'm personally liable for that right yeah ਫਿਰ ਜਦੋਂ ਉਹ HMRC ਨੂੰ ਦੇ ਦਿੱਤੇ ਪੈਸੇ ਫਿਰ ਸਾਰੇ ਜਿਹੜੇ ਘਰ ਹੈਗੇ ਆ ਗਹਿਣੇ ਹੈਗੇ ਪੈਸੇ ਉਹ ਇਕੱਠੇ ਕਰਨੇ ਆ ਫਿਰ ਵਿਲ ਦੇ ਵਿੱਚ ਤਾਂ ਦੇਖਣਾ ਹੈ ਕਿਹਨੂੰ ਦੇਣਾ ਹਾਂਜੀ ਫਿਰ ਜੇ ਕੋਈ ਕਾਉਂਸਲ ਟੈਕਸ ਦਾ ਬਿੱਲ ਆ ਜਾਂ ਕੋਈ ਮੋਰਗੇਜ ਦਾ ਬਿੱਲ ਜਿੱਦਾਂ ਗੈਸ ਬਿਜਲੀ ਦਾ ਉਹ ਪਹਿਲਾਂ ਦੇਣੇ ਸਾਰੇ ਰਾਈਟ yeah ਸਭ ਤੋਂ ਪਹਿਲਾਂ ਗਵਰਨਮੈਂਟ ਪੈਸੇ ਲੈਣੇ ਫਿਰ ਜੇ ਕੋਈ ਡੈਟਸ ਆ ਫਿਰ ਉਹ ਉੱਥੇ ਜਾਣੇ ਫਿਰ ਬਾਅਦ ਚ ਫਿਰ ਸਾਨੂੰ ਜਾਊਗਾ I see yeah then it goes back to everybody else right yeah so it can ਇੱਕ ਕਿਸਮ ਦਾ long process ਹੁੰਦਾ ਤੇ ਉਹ ਤੋਂ ਉੱਪਰ you can even make it longer if you know if you don't pick the right person yeah picking the right person yeah so what's ਤੁਹਾਡੇ ਮਨ ਦੇ ਵਿੱਚ ਕੀ ਹੋਣਾ ਚਾਹੀਦਾ ਐਗਜ਼ੀਕਿਊਟਿਵ ਦੇ ਜੇ ਅਸੀਂ ਚੁਣਨਾ ਕਿਸੇ ਨੂੰ ਤਾਂ ਉਹਦਾ ਜਿੱਦਾਂ ਕਿ ਰਿਕੁਆਇਰਮੈਂਟਸ ਇੱਕ ਕਿਸਮ ਦੇ ਹੋਣੇ ਚਾਹੀਦੇ ਆ so ਜੇ for example ਮੈਂ ਇੱਕ ਡਰਬੀ ਗਿਆ ਸੀ ਹਾਂਜੀ ਉਹ ਅੰਕਲ ਆਂਟੀ ਕਹਿੰਦੇ ਸੀ ਤੇ ਆਂਟੀ ਦਾ ਭਰਾ ਉਹਨੇ ਕਰ ਲੈਣਾ ਸਾਰਾ ਕੁਝ ਮੈਂ ਕਿਹਾ ਠੀਕ ਆ ਉਹਨਾਂ ਦੀ ਜੌਬ ਕੀ ਆ ਉਹ ਤਾਂ ਉਹ ਬਿਲਡਰ ਆ ਮੈਂ ਕਿਹਾ ਚੋ ਉਹ ਪੇਪਰ ਵਰਕ ਦਾ ਕਰਦੇ ਆ ਕਹਿੰਦੇ ਨੇ ਉਹਨਾਂ ਦਾ ਕੋਈ ਪੇਪਰ ਵਰਕ ਨਹੀਂ ਆਉਂਦਾ ਮੈਂ ਕਿਹਾ ਫਿਰ ਉਹਨਾਂ ਲਈ ਔਖਾ ਹੋਣਾ ਉਹਨਾਂ ਲਈ ਬਹੁਤ ਔਖਾ ਤੁਸੀਂ ਦੇਖੋ ਤਾਂ ਕਿ ਟੈਕਸ ਰਿਟਰਨ ਵੀ ਕਰਨਾ ਪੈਣਾ you have to do tax return ਹਾਂਜੀ ਜੇ ਕਾਫੀ ਕਸਟਮਰ ਜਿੱਦਾਂ 2 3 4 5 ਘਰ ਹੈਗੇ ਆ ਉਹਨਾਂ ਦੇ ਸਾਰੇ ਟੈਕਸ ਰਿਟਰਨ ਕਰਨੇ ਪੈਣੇ right ਦੇਖਣਾ ਪੈਣਾ ਇਨਕਮ ਕਿੰਨੀ ਆ ਕਿੰਨਾ ਟੈਕਸ ਦੇਣਾ ਪੈਣਾ this is why you have to be very switched on you have to make sure you know who you're picking so ਵਾਕਈ ਜਿਹੜਾ ਹੈ ਸਾਰਿਆਂ ਨੂੰ ਸੋਚਣਾ ਚਾਹੀਦਾ ਇਹ ਜਿਹੜਾ ਅਸੀਂ ਹਮੇਸ਼ਾ ਇਸ ਪ੍ਰੋਗਰਾਮ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਫਿਊਚਰ ਪਲੈਨਿੰਗ ਜਿਹੜੀ ਆ ਬਹੁਤ ਇੰਪੋਰਟੈਂਟ ਆ ਰੱਬ ਦੀ ਹੋਣੀ ਨੂੰ ਕੋਈ ਨਹੀਂ ਢਾਲ ਸਕਦਾ ਤੇ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਕੱਲ ਨੂੰ ਤੁਸੀਂ ਕਿਸ ਵੇਲੇ ਦਾ ਤੁਸੀਂ ਦੁੱਖ ਜਿਹੜਾ ਸਹਿ ਸਕਦੇ ਆ ਸੋ ਇਹ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਆਪਣਾ ਜਿਹੜਾ ਐਡਵਾਈਸ ਲਓ ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪਲੀਜ਼ ਅਕਾਲ ਚੰਦ ਦਾ ਨੰਬਰ ਸਕਰੀਨ ਦੇ ਥੱਲੇ ਲੱਗਾ ਹੋਇਆ ਜੀ ਤੁਸੀਂ ਕਾਲ ਕਰਕੇ ਆਪਣਾ ਤੁਸੀਂ ਲਾਈਵ ਐਡਵਾਈਸ ਲੈ ਸਕਦੇ ਆ ਤੇ ਜੇ ਤੁਸੀਂ ਨਹੀਂ ਲਾਈਵ ਗੱਲ ਕਰਨਾ ਚਾਹੁੰਦੇ ਤਾਂ ਤੁਸੀਂ ਆਪਣਾ ਨੰਬਰ ਵੀ ਛੱਡ ਸਕਦੇ ਆ ਕਾਲ ਚੈਨਲ ਦੇ ਉੱਤੇ ਤਾਂ ਕਿ ਤੁਹਾਨੂੰ ਫਿਰ ਬਾਅਦ ਚ ਜਿਹੜਾ ਰਾਜ ਭਾਜੀ ਆਪੇ ਤੁਹਾਨੂੰ ਫਿਰ ਕੰਟੈਕਟ ਕਰਨਗੇ ਸੋ ਪਲੀਜ਼ ਜੇ ਤੁਹਾਡਾ ਕੋਈ ਮਨ ਦੇ ਵਿੱਚ ਸਵਾਲ ਹੋਵੇ ਸੋ ਪਲੀਜ਼ ਅਕਾਲ ਚੈਨਲ ਦੇ ਨੰਬਰ ਤੇ ਤੁਸੀਂ ਫੋਨ ਕਰਕੇ ਇਹਦੇ ਬਾਰੇ ਪੁੱਛੋ ਸੋ ਪ੍ਰੋਬੇਟ ਦਾ ਪ੍ਰੋਸੈਸ ਫਿਰ ਹੋਰ ਕੀ ਇਹਦੇ ਵਿੱਚ ਹੁੰਦਾ ਫਿਰ ਇਸ ਤੋਂ ਬਾਅਦ ਚ ਟੈਕਸ ਰਿਟਰਨ ਕਰਕੇ ਹਾਂਜੀ ਫਿਰ ਸਾਰੇ ਅਕਾਊਂਟਸ ਹੈਗੇ ਉਹ ਪ੍ਰਪੇਅਰ ਕਰਕੇ ਫਿਰ ਉਹ ਰੱਖਣੇ ਆ ਉਹ ਸੰਭਾਲ ਕੇ ਰੱਖਣੇ ਆ ਹਾਂਜੀ ਯੈਸ ਵੈਰੀ ਇੰਪੋਰਟੈਂਟ ਫਿਰ ਆ ਸਾਰਾ ਕੁਝ ਕਰਕੇ ਫਿਰ ਸਾਰੇ ਨੂੰ ਦੇਣਾ ਰਾਈਟ ਯਾ ਤੁਸੀਂ ਦੇਖੋ ਜੇ 2 ਲੱਖ ਦੀ ਸਟੇਟ ਹੈ ਸਾਰਾ ਕੁਝ ਡੈਟ ਦਾ ਦੇ ਕੇ ਦਾ ਸਾਰਾ ਕੁਝ ਦੇ ਕੇ HMRC ਨੂੰ ਪੈਸੇ ਦੇ ਕੇ ਥੋੜਾ ਹੋ ਸਕਦਾ ਬਾਅਦ ਚ yeah very little so it's all about thinking about how you're going to do everything and making sure that there's less issues in the future really yeah so it's executor's job ਹਾਂਜੀ ਨਾਲੇ ਇੱਕ ਮੈਂ ਅੰਕਲ ਦਾ ਇੱਕ ਵਿਲ ਬਣਾਈ ਸੀ ਅੰਕਲ ਦੀ ਡੈਥ ਹੋ ਗਈ ਅੰਕਲ ਕਹਿੰਦਾ ਸੀ ਮੇਰੇ ਛੋਟੇ ਮੁੰਡਾ ਐਗਜ਼ੀਕਿਊਟਰ ਆ ਅੱਛਾ ਉਹ 3 ਮੁੰਡੇ ਆਲ ਟੁਗੇਦਰ ਦੂਜੇ 2 ਮੁੰਡੇ ਨੂੰ ਉਹ ਦੱਸਿਆ ਨਹੀਂ ਸੀ ਵਿਲ ਬਣਾਈ ਸੀ ਅੱਛਾ ਫਿਰ ਦੂਜੇ ਮੁੰਡੇ ਉਹ ਛੋਟੇ ਮੁੰਡੇ ਨੂੰ ਪੈ ਗਏ ਕਹਿੰਦੇ ਤੂੰ ਜਾਣ ਕੇ ਡੈਡ ਨੂੰ ਕਿਹਾ ਸੀ ਤੈਨੂੰ ਇਹ ਘਰ ਦੇਣਾ ਆ ਦੇਣਾ ਫਿਰ ਉਹ ਥੋੜਾ ਸਟ੍ਰੈਸ ਦੇ ਵਿੱਚ ਪੈ ਗਿਆ ਫਿਰ ਮੈਨੂੰ ਫੋਨ ਆ ਕੇ ਰਾਜ ਤੂੰ ਮੇਰੇ ਲਈ ਕੰਮ ਸਾਰਾ ਕਰ ਤਾਂ ਕਰਕੇ ਤੁਸੀਂ ਸੋਚ ਕੇ ਦਾ ਬਣਾਓ ਐਗਜ਼ੀਕਿਊਟਿਵ ਦਾ ਨਾਮ ਹਾਂਜੀ ਸੋ ਇਹਦੇ ਨਾਲ ਜਿਹੜੀ ਕੁਐਸਚਨ ਹੈਗੀ ਆ ਕਿਉਂਕਿ ਐਗਜ਼ੀਕਿਊਟਿਵ ਤਾਂ ਜਿਹੜਾ ਆ ਅਸੀਂ ਵਿਲ ਦੇ ਵਿੱਚ ਪਾਉਣਾ ਹੁੰਦਾ ਤੇ ਵਿਲ ਜਿਹੜੀ ਆ ਉਹਨੂੰ ਅਪਡੇਟ ਤੇ ਰਿਵਿਊ ਕਰਨ ਦੀ ਕਿਉਂ ਜ਼ਰੂਰਤ ਹੁੰਦੀ ਆ ਵੈਰੀ 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 ਇੰਪੋਰਟੈਂਟ ਯਾ ਵੈਰੀ ਇੰਪੋਰਟੈਂਟ ਮੈਂ ਤੁਸੀਂ ਦੇਖੋ ਤੁਸੀਂ ਅੱਜ ਵਿਲ ਬਣਾਇਆ ਸੋ we'll start off single person ਉਹਨੇ ਵਿਲ ਬਣਾਈ ਉਹ ਟਰੈਵਲਿੰਗ ਕਰਦਾ ਕਹਿੰਦੀ ਮੇਰੀ ਜੋਬ ਹਾਈ ਰਿਸਕ ਆ ਹਾਂਜੀ ਉਹਦੇ ਲਈ ਵਿਲ ਬਣਾਤੇ ਉਹਦਾ ਵਿਆਹ ਹੋ ਗਿਆ ਪੁਰਾਣੀ ਵਿਲ ਕੈਂਸਲ ਹੋ ਗਈ ਫਿਰ ਨਵੀਂ ਵਿਲ ਬਣਾਈ ਉਹਨਾਂ ਨੇ ਘਰ ਲਿਆ ਨਵਾਂ ਹਾਂਜੀ ਫਿਰ ਰਿਵਿਊ ਕਰਨਾ ਪੈਣਾ then they've had children review then as well they've had more children ਹਾਂਜੀ review it then retirement ਐਗਜ਼ੀਕਿਊਟਿਵ ਦਾ ਨਾਂ ਲਿਖਿਆ ਪਰ ਉਹਨਾਂ ਦੇ ਆਪਸ ਵਿੱਚ ਬੰਦੇ ਨਹੀਂ ਵਿਲ ਚੇਂਜ ਕਰਨੀ ਪੈਣੀ ਹਾਂਜੀ ਗਾਰਡੀਅਨ ਦਾ ਨਾਂ ਲਿਖਿਆ ਜੋ ਦੋਨਾਂ ਨੇ ਕੁਛ ਹੋ ਗਿਆ ਮੰਮੀ ਡੈਡ ਨੂੰ ਫਿਰ ਨਿਆਣੇ ਕਿੰਨੇ ਸਾਹਮਣੇ ਪਰ ਇੱਕ ਉਹ ਗਾਰਡੀਅਨ ਦਾ ਉਹਦੀ ਡੈਥ ਹੋ ਗਈ ਫਿਰ ਚੇਂਜ ਕਰਨਾ ਪੈਣਾ ਉਹ ਰਿਵਿਊ ਹੈ ਪਰ ਇੱਕ ਮੈਂ ਤੁਹਾਨੂੰ ਦੱਸਾਂ ਇੱਕ
ਡੈਡੀ ਇੱਕ ਡੈਥ ਹੋਈ ਸੀ। ਹਾਂਜੀ ਸੌਰੀ, ਸਾਡੇ ਨਾਲ ਕਾਲਰ ਜੁੜੇ ਹੋਏ ਹੋ ਜੀ। ਕਾਲਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਪੁੱਛਣਾ ਚਾਹੁੰਦੇ ਜੀ? ਮੈਂ ਇਹ ਮੁੰਡੇ ਨੂੰ ਪੁੱਛਣਾ ਚਾਹੁੰਦੀ ਸੀ, ਜਿੱਦਾਂ ਬਿੱਲ ਬਣਾਉਣੀ ਹੋਵੇ ਹਾਂਜੀ ਆਪਣੇ ਨਿਆਣੇ ਪੋਤਿਆਂ ਦੇ ਨਾਂ ਤੇ ਜਾਂ ਮੁੰਡਿਆਂ ਦੇ ਨਾਂ ਤੇ। ਆਂਟੀ ਜੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਜੀ। ਤੁਸੀਂ ਫਿਰ ਦੁਬਾਰਾ ਫੋਨ ਕਰਿਓ ਜੀ, ਕਿਉਂਕਿ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਜੀ। ਸੌਰੀ ਜੀ, ਤੁਸੀਂ ਫਿਰ ਦੁਬਾਰਾ ਤੁਸੀਂ ਕਾਲ ਕਰਕੇ ਜਿਹੜਾ ਆ ਤੁਸੀਂ ਆਪਣਾ ਫਿਰ ਦੁਬਾਰਾ ਸਵਾਲ ਪੁੱਛਿਓ। ਸੋ ਹਾਂਜੀ, ਤੁਸੀਂ ਦੱਸ ਰਹੇ ਸੀ ਕਿ ਡੈਡੀ ਦੀ ਡੈਥ ਹੋਈ ਸੀ। ਹਾਂਜੀ, ਫਿਰ ਉਹ ਜੁਆਇੰਟ ਵਿਲ ਬਣਾਈ ਸੀ। ਡੈਡੀ ਦੀ ਡੈਥ ਹੋ ਗਈ ਸੀ। ਜੇ ਡੈਡੀ ਨੂੰ ਪਹਿਲਾਂ ਕੁਝ ਹੋ ਗਿਆ, ਉਹਦੀ ਵਾਈਫ ਨੂੰ ਜਾਣਾ, ਹਸਬੈਂਡ ਵਾਈਫ, ਵਾਈਫ ਨੂੰ, ਜੇ ਵਾਈਫ ਨੂੰ ਕੁਝ ਹੋ ਗਿਆ ਹਸਬੈਂਡ ਨੂੰ, ਫਿਰ ਬਾਅਦ ਚ ਫਿਰ ਦੋਨੇ ਮੁੰਡਿਆਂ ਨੂੰ ਜਾਣਾ ਇਕੁਅਲੀ। ਹਾਂਜੀ, ਇੱਕ ਮੁੰਡਾ ਠੀਕ ਆ, ਦੂਜਾ ਮੁੰਡਾ ਨਹੀਂ, ਉਹ ਰੋਂਗ ਪਾਸੇ ਗਿਆ। So he's into drugs and drinks and everything. Right. Yeah. ਪਰ ਜੋ ਉਹ ਹੈਗੇ ਸੀ ਨਿਆਣੇ 12-15 ਸਾਲ ਦੇ ਸੀ ਜਦੋਂ ਵਿਲ ਬਣਾਏ ਸੀ। ਅੱਛਾ। ਹਸਬੈਂਡ ਦੀ ਡੈਥ ਹੋ ਗਈ, ਸਾਰਾ ਕੁਝ ਵਾਈਫ ਨੂੰ ਗਿਆ, ਪਰ ਵਾਈਫ ਨੂੰ ਡਿਮੈਂਸ਼ੀਆ ਹੋ ਗਿਆ। ਅੱਛਾ। Yeah. Right. Wife's got dementia. ਉਹ ਵਿਲ ਨਹੀਂ ਚੇਂਜ ਕਰ ਸਕਦੇ। Oh, I see. Yeah. She can't change the will. And ਉਹਦੇ ਡੈਥ ਤੋਂ ਬਾਅਦ ਚ ਅੱਧਾ 50-50 ਜਾਣਾ ਦੋਨੇ ਮੁੰਡਿਆਂ ਨੂੰ। ਪਰ ਜਿਹੜਾ ਦੂਜਾ ਮੁੰਡਾ ਜਿਹੜਾ ਉਹ ਡਰੱਗਸ ਡਰਿੰਕ ਕਰਦਾ, it's all gone. All gone that way. Yeah. So ਜਿੱਥੇ ਤੁਸੀਂ ਆਪਣੀ ਕਿਰਤ ਕਮਾਈ ਵਿੱਚੋਂ ਇੰਨਾ ਟਾਈਮ ਤੁਸੀਂ ਸਪੈਂਡ ਕੀਤਾ, ਪੈਸੇ ਜੋੜਨ ਨੂੰ, ਇੰਨੇ ਔਖੇ ਸਮਿਆਂ ਦੇ ਵਿੱਚ ਪੈਸੇ ਜੋੜੇ ਆ, ਤੇ ਉਸ ਤੋਂ ਬਾਅਦ ਫਿਰ ਤੁਹਾਡੇ ਪੈਸੇ ਇਦਾਂ ਦੇ ਕੰਮਾਂ ਲਈ ਵੇਸਟ ਹੋ ਗਏ। ਇਦਾਂ ਕਿ that's why ਜੋ ਤੁਸੀਂ ਵਿਲ ਬਣਾਉਂਦੇ, ਤੁਸੀਂ ਜੋ ਤੁਹਾਡੇ ਬੱਚੇ ਛੋਟੇ ਵਾਲੇ, ਤੁਸੀਂ ਕਹਿ ਸਕਦੇ ਜਦੋਂ my son daughter 21 ਸਾਲ ਦੇ, 25 ਸਾਲ, 30 ਸਾਲ ਦੇ, ਫਿਰ ਉਹਨੂੰ ਸਾਰਾ ਕੁਝ ਮਿਲਦਾ। ਪਤਾ ਉਹਨੂੰ ਲਿਖਣਾ ਪੈਣਾ ਕਿੰਨੇ ਲੁੱਕ ਆਫਟਰ ਕਰਨੇ ਪੈਸੇ ਘਰ ਦਾ ਸਾਰਾ। ਜੇ ਤੁਸੀਂ ਨਹੀਂ ਲਿਖਿਆ, ਫਿਰ ਆਟੋਮੈਟਿਕਲੀ 18 ਸਾਲ ਦੇ ਉਹਨੂੰ ਸਾਰਾ ਕੁਝ ਮਿਲ ਜਾਣਾ। ਅੱਛਾ। So just the moment they're an adult basically. That's it. ਤਾਂ ਮੈਨੂੰ ਪਤਾ ਜੇ ਮੈਨੂੰ ਸਾਰਾ ਕੁਝ ਮਿਲ ਗਿਆ, ਜੋ ਮੈਂ 18 ਸਾਲ ਦਾ ਸੀ ਉਦੋਂ ਯੂਨੀਵਰਸਿਟੀ ਸਟਾਰਟ ਕੀਤਾ, ਮੈਂ ਤਾਂ ਸਾਰੇ ਪੈਸੇ ਤਾਂ ਖਰਾਬ ਹੀ ਕਰ ਦਿੰਦੇ ਸੀ। ਬਿਲਕੁਲ ਸਹੀ ਗੱਲ ਆ। ਸੋ ਅੱਗੇ ਜੇ ਆਪਾਂ ਜਾਂਦੇ ਆ ਤਾਂ ਸੌਰੀ, ਸਾਡੇ ਨਾਲ ਕਾਲਰ ਵੀ ਜੁੜੇ ਆ ਜੀ। ਕਾਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਾਲ ਮੈਨੂੰ ਲੱਗਦਾ ਕੱਟ ਹੋਈ ਆ ਜੀ। ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਫੋਨ ਕਰਕੇ ਤੁਸੀਂ ਜ਼ਰੂਰ ਆਪਣਾ ਸਵਾਲ ਪੁੱਛਿਓ ਜੀ। ਸੋ ਸਭ ਤੋਂ ਆਪਾਂ ਕਹਿ ਸਕਦੇ ਕਿ ਅਹਿਮ ਸਵਾਲ ਜਿਹੜਾ ਲੋਕੀ ਹਮੇਸ਼ਾ ਪੁੱਛਦੇ ਰਹਿੰਦੇ ਆ ਕਿ ਸੋਨਾ ਜਿਹੜਾ ਆ, ਕਿਉਂਕਿ ਸਾਡੇ ਆਪਾਂ ਕਹਿ ਸਕਦੇ ਸੱਭਿਆਚਾਰ ਦੇ ਵਿੱਚ ਇੱਦਾਂ ਹੀ ਆ ਕਿ ਲੋਕੀ ਸੋਨਾ ਵਿਆਹਾਂ ਤੇ ਦਿੰਦੇ ਆ, ਜਦੋਂ ਮੁੰਡਾ ਜੰਮਦਾ ਜਾਂ ਕੁੜੀ ਜੰਮਦੀ ਆ ਉਦੋਂ ਵੀ ਲੋਕ ਦਿੰਦੇ ਹੁੰਦੇ ਸੋਨਾ। ਸੋਨੇ ਦੇ ਨਾਲ ਤੁਸੀਂ ਕੀ ਕਰ ਸਕਦੇ ਆ? ਠੀਕ ਹੈ, ਤੁਹਾਡੇ ਕਾਫੀ ਆਪਸ਼ਨ ਹੈਗੇ ਸੋਨੇ ਦਾ। ਸਭ ਤੋਂ ਪਹਿਲਾਂ ਹੈਗੇ ਤੁਸੀਂ ਹੁਣੇ ਦੇ ਦਿਓ ਸਾਰਾ ਕੁਛ। ਹਾਂਜੀ। ਹੁਣੇ ਤੁਸੀਂ ਦੇ ਸਕਦੇ, ਤੁਸੀਂ ਕਹਿ ਸਕਦੇ ਚਲੋ। ਇੱਕ ਆਂਟੀ ਕਹਿੰਦੀ ਸੀ, ਮੈਂ ਕੁਐਸਚਨ ਪੁੱਛਿਆ ਸੀ ਸੋਨੇ ਦਾ, ਉਹ ਕਹਿੰਦੀ ਮੈਂ ਪਹਿਲਾਂ ਦੇ ਦਿੱਤੇ ਸਾਰੇ, ਮੇਰੇ ਮੁੰਡੇ ਮੇਰੇ ਨੌ ਇੱਥੇ ਸਾਰੇ ਬੈਠੇ ਸੀ, ਮੈਂ ਇਹਨਾਂ ਨੂੰ ਕਿਹਾ ਸੀ ਚੱਲ ਆ ਤੈਨੂੰ, ਆ ਉਹਨੂੰ, ਆ ਇਹਨੂੰ, ਫਿਰ ਪਹਿਲਾਂ ਪਤਾ। ਤੁਸੀਂ ਆ ਪਹਿਲੀ ਆਪਸ਼ਨ ਤੁਹਾਡੇ। ਦੂਜੀ ਆਪਸ਼ਨ ਹੈਗੀ, ਤੁਸੀਂ ਵਿਲ ਦੇ ਵਿੱਚ ਲਿਖ ਸਕਦੇ ਆ 100% ਜਾਂ 50% ਮੇਰਾ ਸੋਨਾ goes to one daughter, 50% goes to the other daughter. ਡੈਥ ਤੋਂ ਬਾਅਦ ਚ ਉਹਨਾਂ ਨੇ ਫਿਰ ਆਪ ਕਰਨਾ। ਠੀਕ ਹੈ। ਉਹਨਾਂ ਨੇ ਆਪ ਚੂਜ਼ ਕਰਨਾ ਸਾਰਾ ਕੁਝ, ਅੱਧਾ। ਫਿਰ ਇਹਦੀ ਰਿਸਕ ਹੈਗੀ, ਇੱਕ ਕੁੜੀ ਕਹਿ ਸਕੀ ਨਹੀਂ ਮੈਂ ਆ ਲੈਣਾ, ਦੂਜੀ ਕੁੜੀ ਕਹਿ ਸਕੀ ਨਹੀਂ ਮੈਂ ਮੇਰਾ ਹੈ। ਇੱਦਾਂ ਆਪਸ ਚ। So that's the second option. The third option is ਤੁਸੀਂ ਲਿਖ ਸਕਦੇ ਆ ਚਿੱਠੀ ਦੇ ਵਿੱਚ ਜਿਹੜੇ ਜਿਹੜਾ ਜਿੱਦਾਂ ਬ੍ਰੇਸਲੇਟ ਆ ਇਸ ਕੁੜੀ ਨੂੰ ਦੇਣਾ, ਜਿਹੜਾ ਸੋਨੇ ਦਾ ਕੜਾ ਮੁੰਡੇ ਨੂੰ ਦੇਣਾ, ਤੁਸੀਂ ਦਾ ਲਿਸਟ ਡਿਸਕ੍ਰਾਈਬ ਕਰ ਸਕਦੇ। ਵਿਲ ਦੇ ਵਿੱਚ ਜਾਂ ਸੈਪਰੇਟ ਚਿੱਠੀ ਦੇ ਵਿੱਚ you can do that. I see. That's the third option. The fourth option is ਤੁਸੀਂ ਫੋਟੋ ਖਿੱਚ ਸਕਦੇ ਆ। That's quite smart. ਤੁਸੀਂ ਬਸ ਜਿੱਥੇ ਇੱਥੇ ਰੱਖ ਲਓ ਜਿਹੜੇ ਗਹਿਣੇ ਹੈਗੇ, ਫੋਟੋ ਖਿੱਚ ਲਓ, ਪ੍ਰਿੰਟ ਕਰ ਦਿਓ, ਉਹ ਪਿੱਛੇ ਲਿਖ ਲਓ ਨਾ ਕਿੰਨੇ ਤੁਸੀਂ ਦੇਣਾ। That's another option. And the other option is, the fifth option is, ਤੁਸੀਂ ਵੱਖਰੇ ਕਰ ਦਿਓ, ਬੈਗ ਦੇ ਵਿੱਚ ਪਾ ਦਿਓ, ਉਹਨਾਂ ਦੇ ਨਾਂ ਲਿਖ ਲਓ, ਫਿਰ ਤੁਸੀਂ ਲੋਕਰ ਦੇ ਵਿੱਚ ਰੱਖ ਦਿਓ, ਬਾਕਸ ਵਿੱਚ, ਬੈਂਕ ਦੇ ਵਿੱਚ ਰੱਖ ਦਿਓ, whatever,
ਬੈਗ ਦੇ ਵਿੱਚ ਆ ਕੇ ਉਹਦੇ ਨਾਲ ਲਿਖ ਲਓ, ਫਿਰ ਬਾਅਦ 'ਚ ਉਹਨਾਂ ਨੂੰ ਪਤਾ ਆਹ ਬੈਗ ਮੇਰਾ, ਆਹ ਬੈਗ ਤੇਰਾ, ਆਹ ਬੈਗ ਤੇਰਾ। ਹਾਂ, ਕੁਝ ਕਰ ਨਹੀਂ ਸਕਦੇ ਫਿਰ। Yeah. ਯਾ ਸੋ ਸਾਡੇ ਨਾਲ ਕੋਲਰ ਜੁੜੇ ਆ ਜੀ, ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਜੀ? ਇਹਨਾਂ ਨੂੰ ਪੁੱਛਣਾ ਚਾਹੁੰਦੇ ਮੈਂ ਕਿ ਜੇ ਬਿੱਲ ਬਣਾਉਣੀ ਹੈ ਆਪਣੇ ਬੱਚਿਆਂ ਦੇ ਨਾਂ ਤੇ, ਹਾਂਜੀ। ਤੇ ਉਹ ਜਿੱਦਾਂ ਹੁਣ ਇੱਕ ਵਾਰੀ ਬਣਾਤੀ, ਕੋਈ ਬਾਈ ਚਾਂਸ ਕੋਈ ਐਸੀ ਗੱਲ ਹੋਵੇ ਚੇਂਜ ਕਰਨੀ ਹੋਵੇ, ਕਰ ਸਕਦੇ ਆ? ਜੇ ਕੀ ਕਰਨਾ ਸੀ ਆਂਟੀ ਜੀ, ਜੇ ਤੁਸੀਂ ਵਿਲ ਬਣਾਈ ਜਿੱਦਾਂ ਨਹੀਂ ਬਿੱਲ ਬਣਾਉਣੀ ਆ, ਜਿੱਦਾਂ ਆਪਣੇ ਜਿੱਦਾਂ ਨਿਆਣਿਆਂ ਦੇ ਨਾਂ ਤੇ, ਹਾਂਜੀ, ਜਿੱਦਾਂ ਘਰ ਦੀ ਸਾਰੀ, ਜਿੱਦਾਂ ਮੇਰੇ ਠੀਕ ਆ। ਹਸਬੈਂਡ ਦੀ ਡੈਥ ਹੋ ਗਈ ਆ, ਉਹਨਾਂ ਦੇ ਜਿੱਦਾਂ ਹੁਣ ਘਰ ਆ ਜਿੱਦਾਂ ਬੱਚਿਆਂ ਦੇ ਨਾਂ ਤੇ, ਹਾਂਜੀ। ਤੇ ਉਹ ਜਿੱਦਾਂ ਹੁਣ ਬਣਾਤੀ, ਮਤਲਬ ਜਿੱਦਾਂ ਹੁਣ ਮੈਂ ਬਣਾਤੀ, ਜੇ ਸ਼ਾਇਦ ਕੋਈ ਐਸੀ ਚਾਂਸ ਹੋਵੇ ਵੀ ਮੈਂ ਚੇਂਜ ਕਰਨੀ ਹੋਵੇ। ਹਾਂਜੀ, ਬਿਲਕੁਲ ਤੁਸੀਂ ਚੇਂਜ ਕਰ ਸਕਦੇ ਆ। ਅੱਛਾ, ਹਾਂਜੀ, ਚੇਂਜ ਕਰ ਸਕਦੇ ਆ। ਯਾ ਸਿੰਪਲ ਆ, ਵੈਰੀ ਸਿੰਪਲ ਟੂ ਚੇਂਜ ਦ ਵਿਲ। ਹਾਂਜੀ। ਅੱਛਾ, ਫਿਰ ਕੋਈ ਦਿੱਕਤ ਤਾਂ ਨਹੀਂ ਹੋਊਗੀ ਜਿੱਦਾਂ ਵੀ ਕੋਈ ਵੀ ਚੇਂਜ ਕਰਨੇ ਦੇ ਵਿੱਚ? ਜੇ ਕੀ ਸੌਰੀ ਆਂਟੀ ਜੀ? ਹਾਂਜੀ ਹਾਂਜੀ, ਤੁਹਾਡਾ ਕੀ ਕੁਐਸਚਨ ਸੀ? ਜੇ ਤੁਸੀਂ ਚੇਂਜ ਕਰਨੀ? ਨਹੀਂ ਅਜੇ ਤਾਂ ਬਣਾਉਣੀ ਆ। ਮੇਰਾ ਮਤਲਬ ਇਹ ਜਿੱਦਾਂ ਹੁਣ ਮੈਂ ਬਣਾ ਦਿੱਤੀ, ਜਿੱਦਾਂ 3-4 ਨਿਆਣੇ ਉਹਨਾਂ ਦੇ ਨਾਂ ਤੇ, If you want to change it, is there ਪਰ any ਫਿਰ ਕੋਈ ਐਸੀ ਗੱਲ ਹੋਵੇ, ਕੋਈ ਜਿੱਦਾਂ ਮੇਰਾ ਮੈਂਡ ਆ ਵੀ ਮੈਂ ਉਹਨੂੰ ਨਹੀਂ, ਮੈਂ ਉਹ ਨਹੀਂ ਦੇਣੀ ਜਾਂ ਮੈਂ ਕਰਨੀ ਨਹੀਂ, ਹਨਾ? ਠੀਕ ਆ। ਤੇ ਵੀ ਉਹਨੂੰ ਫਿਰ ਮੁੜ ਕੇ ਦੁਬਾਰਾ ਚੇਂਜ ਕਰ ਸਕਦੇ ਆ? ਯਾ ਦੁਬਾਰਾ ਚੇਂਜ ਕਰ ਸਕਦੇ। ਹਾਂਜੀ। ਅੱਛਾ। ਯਾ ਆਪਣੇ ਫਿਰ ਮੈਂ ਜੇ ਗੱਲ ਕਰਨੀ ਹੋਵੇ ਚੱਲਦੀ ਵੀਕ 'ਚ, ਫਿਰ ਫੋਨ ਤੁਹਾਡਾ ਹੈ ਤਾਂ ਹੈ ਲੈਣ ਵਾਲਾ, ਮੈਂ ਲੈਣ ਵਾਲਾ ਹੀ ਕਰ ਸਕਦੀ ਆ ਵੀ ਕਿੱਦਾਂ ਕਰਾਂ, ਜਿੱਦਾਂ ਮੰਡੇ ਚੂਸਡੇ ਕਰਨਾ ਹੋਵੇ? ਹਾਂਜੀ, ਤੁਸੀਂ ਬਸ ਸਿੰਪਲ ਆ, ਤੁਸੀਂ ਦੱਸੋ ਤੁਸੀਂ ਕਦੋਂ ਫ੍ਰੀ ਆ, ਮੈਂ ਤੁਹਾਨੂੰ ਆ ਕੇ ਸਾਰਾ ਇਨਫੋਰਮੇਸ਼ਨ ਲੈ ਕੇ ਮੈਂ ਸਾਰਾ ਕੁਝ ਬਣਾ ਸਕਦਾ ਤੁਹਾਡੇ ਲਈ। ਪਰ ਤੁਸੀਂ ਨੰਬਰ ਛੱਡ ਦਿਓ ਜੀ ਚੈਨਲ ਤੇ ਫਿਰ ਉਹਨਾਂ ਨੇ ਜਿਹੜਾ ਫਿਰ ਰਾਜ ਭਾਈ ਨੂੰ ਆਪੇ ਦੇ ਦੇਣਾ ਜੀ, ਉਹਨਾਂ ਨੇ ਫਿਰ ਤੁਹਾਨੂੰ ਆਪੇ ਕੰਟੈਕਟ ਕਰ ਲੈਣਾ ਜੀ। ਓਕੇ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਸੋ ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ, ਜੇ ਕਿਸੇ ਕੋਲ ਹੋਰ ਵੀ ਕੋਈ ਸਵਾਲ ਹੋਵੇ ਤਾਂ ਜ਼ਰੂਰ ਆਪਣਾ ਮਨ 'ਚ ਵੀ ਨਾ ਰੱਖੋ। ਤੁਸੀਂ ਅਕਾਲ ਚੰਦ ਨੰਬਰ ਤੇ ਤੁਸੀਂ ਕਾਲ ਕਰਕੇ ਇਹ ਸਵਾਲ ਪੁੱਛਿਓ, ਕਿਉਂਕਿ ਵਾਕਈ ਕਈ ਵਾਰੀ ਕਿਸੇ ਹੋਰ ਦੇ ਮਨ ਦੇ ਵਿੱਚ ਵੀ ਉਹੀ ਸਵਾਲ ਜਿਹੜਾ ਰੜਕਦਾ ਹੁੰਦਾ, ਤੇ ਫਿਰ ਬਾਅਦ 'ਚ ਜਦੋਂ ਤੁਸੀਂ ਉਹ ਸਵਾਲ ਪੁੱਛ ਲੈਂਦੇ ਆ, ਫਿਰ ਦੂਜੇ ਦਾ ਵੀ ਭਲਾ ਹੋ ਜਾਂਦਾ। ਸੋ ਇਹ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਨੇ ਕਾਲ ਕੀਤੀ ਆ। ਅੱਗੇ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਹਾਡਾ ਮਨ ਦੇ ਵਿੱਚ ਕੋਈ ਸਵਾਲ ਹੋਵੇ, ਤੁਸੀਂ ਪਲੀਜ਼ ਅਕਾਲ ਚੰਦ ਨੰਬਰ ਤੇ ਤੁਸੀਂ ਫੋਨ ਕਰਕੇ ਸਵਾਲ ਜ਼ਰੂਰ ਪੁੱਛਿਓ। ਸੋ ਜੇ ਅੱਗੇ ਆਪਾਂ ਜਾਈਏ ਤਾਂ ਪਲੇਸਿਸ, ਹੁਣ ਜਿੱਦਾਂ ਫਿਊਨਰਲ ਕਰਨ ਦੇ ਲੋਕੀ ਕਈ ਵਾਰੀ ਜਿਹੜੇ ਆ ਕਹਿੰਦੇ ਆ ਕਿ ਅਸੀਂ ਇੱਥੇ ਕਰਾਉਣਾ, ਉੱਥੇ ਕਰਾਉਣਾ, ਸਪੈਸ਼ਲ ਥਾਂ ਤੇ ਕਰਾਉਣਾ। ਕਈ ਵਾਰੀ ਕਹਿੰਦੇ ਸੈਂਟੀਮੈਂਟਲ ਵੈਲਿਊ ਆ ਸਾਡੇ ਉਸ ਥਾਂ ਦੇ ਨਾਲ, ਤੇ ਅਸੀਂ ਉੱਥੇ ਕਰਾਉਣਾ। ਸੋ ਪਰ ਵੱਖ-ਵੱਖ ਥਾਵਾਂ ਦੇ ਜਗ੍ਹਾ ਜਿਹੜੇ ਆ, ਮੈਂ ਸਮਝਦਾ ਕਿ ਐਕਸਪੈਂਸਿਸ ਤਾਂ ਵੱਖਰੇ ਹੋਣੇ ਆ। ਸੋ ਸਭ ਤੋਂ ਵੱਡੇ ਆਪਾਂ ਕਹਿ ਸਕਦੇ ਐਕਸਪੈਂਸਿਵ ਪਲੇਸ ਕਿੱਥੇ ਹੈਗੇ ਆ ਜੀ, ਕਿਹੜੇ ਸਭ ਤੋਂ ਮਹਿੰਗੇ ਆ ਫਿਊਨਰਲ ਕਰਨ? ਜੀ ਫਿਊਨਰਲ ਤੁਸੀਂ ਸਭ ਤੋਂ ਮਹਿੰਗੀ ਜਗ੍ਹਾ ਹੈਗੀ ਮਿਲਟਨ ਕੀਨਸ। Milton Keynes, yeah. Right. Milton Keynes ਵੀ ਆ, ਉੱਥੇ ਕਾਫੀ ਮਹਿੰਗਾ, ਉੱਥੇ ਜੇ ਫਿਊਨਰਲ ਕਰਨਾ ਉੱਥੇ। ਹਾਂਜੀ। Plymouth ਵੀ, Peterborough, Wakefield, right, up north, yeah. ਹਾਂਜੀ। yeah, ਜੇ ਸਾਰੇ ਸੋਚ ਜਿੱਦਾਂ ਲੰਡਨ ਪਾਸੇ ਆ ਬਹੁਤ ਮਹਿੰਗਾ। yeah, ਮੈਂ ਵੀ ਉਹੀ ਸੋਚਦਾ। ਨਹੀਂ yeah, ਉਹ ਇਸ ਜਗ੍ਹਾ 'ਚ ਆ is very expensive, right, ਹਾਂਜੀ। but ਤੁਸੀਂ you can freeze a cost with a funeral plan, yeah, ਜੇ funeral plan ਬਣਾਇਆ ਤੁਸੀਂ ਇਹ ਪੈਸੇ ਸੇਵ ਹੁੰਦੇ ਆ। ਹਾਂਜੀ। yeah, ਤੇ ਆਪਾਂ ਫਿਊਨਰਲ ਬੈਨਵਾਨੀ ਪੁੱਛਦੇ ਆ, ਪਰ ਸਭ ਤੋਂ ਪਹਿਲਾਂ ਸਾਡੇ ਨਾਲ ਕਾਲਰ ਜੁੜੇ ਆ ਜੀ, ਕਾਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਲਾਮ ਵਾਲੇਕੁਮ ਜੀ। ਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਪੁੱਛਣਾ ਚਾਹੁੰਦੇ ਜੀ? ਕੀ ਹਾਲ ਹੈ ਭਾਈ, ਠੀਕ ਹੋ? ਹਾਂਜੀ ਬਸ ਵਧੀਆ ਜੀ। ਬੜਾ ਦਿਲ ਖੁਸ਼ ਹੁੰਦਾ ਹੈ, ਮੈਂ ਤੁਹਾਨੂੰ ਪਹਿਲੇ ਵੀ ਕਈ ਦਫਾ ਦੇਖਿਆ ਚੈਨਲ ਤੇ। ਹਾਂਜੀ। ਸ਼ਾਬਾਸ਼ ਤੁਹਾਡੇ ਨੌਜਵਾਨਾਂ ਨੂੰ ਜਿਹੜੇ ਇਸ ਕਿਸਮ ਦੇ ਅੱਛੇ ਪ੍ਰੋਗਰਾਮ ਆ ਕੇ ਕਰਦੇ ਹੋ ਤੁਸੀਂ, ਧੰਨਵਾਦ ਜੀ। ਤੇ ਬਹੁਤ ਜ਼ਰੂਰੀ ਇਹ ਗੱਲ ਹੈ ਮੇਰੇ ਵੀਰ। ਬਿਲਕੁਲ ਜੀ। ਮੈਂ ਵੀ ਹੁਣ 60-65 ਸਾਲ ਮੇਰੀ ਉਮਰ ਹੈ, ਮੈਂ ਵੀ ਹੁਣ ਚਲੋ ਜਾਇਲ ਹੀ ਸਹੀ ਲੇਕਿਨ ਬਜ਼ੁਰਗਾਂ 'ਚ ਸ਼ਾਮਲ ਹੋਣਾ, ਤੇ ਬਹੁਤ ਜ਼ਰੂਰੀ ਇਹ ਗੱਲ ਹੈ ਕਿ ਵੱਡਿਆਂ ਨੂੰ ਦੱਸਣਾ ਕਿ ਖੁਦਾ ਦਾ ਵਾਸਤਾ ਹੈ, ਰੱਬ ਵੀ ਤੁਹਾਡੇ ਉੱਤੇ ਡਿਊਟੀ ਲਾਉਂਦਾ ਹੈ ਕਿ ਤੁਸੀਂ ਮਰਨ ਤੋਂ ਪਹਿਲਾਂ ਕੋਸ਼ਿਸ਼ ਕਰੋ। ਤਾਂ ਕੋਈ ਮਰਨ ਤਾਂ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਅਸੀਂ ਮਰਾਂਗੇ, ਲੇਕਿਨ ਫਿਰ ਵੀ ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਬਿਠਾ ਕੇ ਸੈਟਲ ਕਰ ਲਿਆਓ। ਤੇ ਜਿਸ ਤਰ੍ਹਾਂ ਮੇਰੇ ਵੀਰ ਸਾਹਿਬ ਨੇ ਹੁਣ ਲਾਸਟ ਕੁਆਰਟਰ ਸਾਡੀ ਭੈਣ ਨੇ ਕੀਤਾ ਸੀ ਕਿ ਇਹ ਵਿਲ ਜਿਹੜੀ ਹੈ ਤੁਸੀਂ ਹਰ ਮਹੀਨੇ ਚੇਂਜ ਕਰ ਸਕਦੇ ਹੋ, ਇਹ ਕੋਈ ਕਾਨੂੰਨ ਕੋ ਨਹੀਂ। ਬਿਲਕੁਲ। ਸਿਰਫ ਇਹ ਵੇ ਕਿ ਜਦੋਂ ਤੁਸੀਂ ਮਰੋ ਤੇ ਲਾਸਟ ਵਿਲ ਜਿਹੜੀ ਤੁਹਾਡੀ that will be part and parcel of
ਲੀਗਲ ਡਾਕੂਮੈਂਟ। ਬਿਲਕੁਲ ਸਹੀ ਗੱਲ ਹੈ ਜੀ। ਔਰ ਇਹ ਬਹੁਤ ਜ਼ਰੂਰੀ ਹੈ। ਬਹੁਤ ਕਿੰਨੇ ਫਸਾਦ ਪੈਂਦੇ ਦੇਖੇ ਤੁਸੀਂ ਵੀ, ਮੈਂ ਵੀ, ਆਪਣੇ ਫੈਮਲੀਆਂ ਵਿੱਚ ਵੀ ਮੈਂ ਦੇਖੇ ਨਾ। ਹਾਂਜੀ, ਦੂਸਰਿਆਂ ਨੂੰ ਛੱਡੋ, ਆਪਣੀ ਫੈਮਲੀ ਦੀ ਗੱਲ ਕਰ। ਬਹੁਤ ਜ਼ਰੂਰੀ ਹੈ ਇਹ ਮਾਂ ਪਿਓ ਵਾਸਤੇ ਕਿ ਉਹ ਖੁਸ਼ੀ ਨਾਲ ਬੱਚਿਆਂ ਨੂੰ ਬਿਠਾ ਕੇ ਉਹਨਾਂ ਨੂੰ ਸਮਝਾ ਕੇ ਕਿ ਮੈਂ ਕਿਉਂ ਕਰਨਾ ਚਾਹੁੰਦੇ ਹਾਂ ਅਸੀਂ ਜ਼ਰੂਰੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਾਣ ਤੋਂ ਬਾਅਦ ਤੁਸੀਂ ਭੈਣ ਭਰਾ ਆਪਸ ਵਿੱਚ ਕਿਸੇ ਤਰੀਕੇ ਨਾਲ ਲੜੋ। ਅਸੀਂ ਮਰ ਜਾਈਏ ਤਾਂ ਤੁਹਾਨੂੰ ਇਹ ਪਤਾ ਹੋਵੇ ਕਿ ਇਹ ਸਾਡੇ ਮਾਂ ਪਿਓ ਦੀ ਖੁਸ਼ੀ ਨਾਲ ਤੇ ਰਾਜ਼ੀ ਨਾਲ ਉਹ ਫੈਸਲਾ ਕਰਕੇ ਗਏ। ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂਜੀ, ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ। ਤਾਂ ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਇੱਕ ਤੁਹਾਡੇ ਸਬਜੈਕਟ ਕੋਲੋਂ ਹਟ ਕੇ ਇੱਕ ਗੱਲ ਅਗਰ ਮੈਂ ਕਰ ਸਕਾਂ ਤਾਂ ਬੜੀ ਜ਼ਰੂਰੀ ਗੱਲ ਹੈ, ਅਗਰ ਇਜਾਜ਼ਤ ਦਿਓ ਤੇ। ਹਾਂਜੀ, ਬਹੁਤ ਸ਼ੋਰਟ ਦੇ ਵਿੱਚ ਗੱਲ ਕਰਿਓ ਜੀ। ਹਾਂਜੀ, ਕੋਈ ਸਮਾਂ ਹੈ ਨਹੀਂ ਗੱਲ ਹੈ ਮੇਰੇ ਵੀਰ। ਹਾਂਜੀ, ਮੈਂ ਆਪਣੇ ਸਾਰੇ ਸਿੱਖਾਂ ਭਰਾ ਨੂੰ ਇਹ ਗੱਲ ਆਖਣਾ ਚਾਹੁੰਦਾ ਕਿ ਸਿੱਖਾਂ ਤੇ ਮੁਸਲਮਾਨਾਂ ਦਾ ਜਿਹੜਾ ਜੁੱਟ ਜੋੜ ਹੈ ਨਾ, ਉਹਦੇ ਵਾਸਤੇ ਇੱਕ ਬ੍ਰਿਜ ਹੈ। ਹਾਂਜੀ, ਔਰ ਉਹ ਸਭ ਤੋਂ ਵੱਡਾ ਬ੍ਰਿਜ ਇਹ ਵੇ ਕਿ ਸਿੱਖ ਤੇ ਮੁਸਲਮਾਨ ਦੋਏ ਵਾਹਦਹੂ ਲਾ ਸ਼ਰੀਕਾ ਲਹੂ। ਅਸੀਂ ਮੰਨਦੇ ਹਾਂ ਕਿ ਰੱਬ ਇੱਕ ਹੈ, ਸੱਚਾ ਰੱਬ ਇੱਕ ਹੈ, ਦੂਸਰਾ ਸ਼ਰੀਕ ਕੋਈ ਨਹੀਂ ਹੈ। ਤੇ ਰੱਬ ਸਾਨੂੰ ਚੰਗਾ ਹੀ ਕਰਨ ਵਾਸਤੇ ਦਿੰਦਾ ਹੈ। ਤੇ ਦੂਜੀ ਗੱਲ ਇਹ ਵੇ, ਇਹ ਯਾਦ ਰੱਖੋ ਕਿ ਐਸੀਆਂ ਤਾਕਤਾਂ ਹਰ ਪਾਸੇ ਨੇ। ਬਿਲਕੁਲ ਜੀ। ਕੋਈ ਵੀ ਬੰਦਾ ਸ਼ੈਤਾਨੀ ਦੀ ਗੱਲ ਕਰੇ, ਲੜਾਈ ਝਗੜੇ ਦੀ ਗੱਲ ਕਰੇ, ਚਾਹੇ ਉਹ ਮੁਸਲਮਾਨ ਹੈ ਚਾਹੇ ਸਿੱਖ, ਉਹਨੂੰ ਮੂੰਹ ਤੇ ਕਹੋ ਭਾਈ ਤੂੰ ਸ਼ੈਤਾਨੀ ਦੀ ਗੱਲ ਕਰ ਰਿਹਾ। ਹਾਂਜੀ, ਬਹੁਤ ਸਾਰੀਆਂ ਤਾਕਤਾਂ ਭਾਈ ਜਿਹੜੇ ਨਹੀਂ ਤੱਕਣਾ ਚਾਹੁੰਦੇ ਕਿ ਸਿੱਖ ਤੇ ਮੁਸਲਮਾਨ ਭਾਈ ਜਿਹੜੇ ਨੇ, ਸਾਡਾ ਖੂਨ ਇੱਕ ਹੈ ਭਾਈ। ਹਾਂਜੀ, ਅਸੀਂ ਇੱਕ ਟੇਬਲ ਤੇ ਬਹਿ ਕੇ ਰੋਟੀ ਖਾਈਏ, ਉਹ ਨਹੀਂ ਤੱਕਣਾ ਚਾਹੁੰਦੇ। ਹਾਂਜੀ, ਬਹੁਤ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ। ਹਾਂਜੀ, ਧੰਨਵਾਦ ਜੀ ਤੁਹਾਡਾ ਬਹੁਤ। ਹਾਂਜੀ, ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਸੋ ਮੈਨੂੰ ਲੱਗਦਾ ਕੋਲ ਕੱਟੀ ਗਈ ਸੀ, ਸੌਰੀ ਥੋੜਾ ਜਿਹਾ ਆਫ ਟੌਪਿਕ ਹੋ ਗਿਆ, ਪਰ ਫਿਰ ਵੀ ਗੱਲ ਉਦਾਂ ਵਧੀਆ ਸੀ। ਹਾਂਜੀ, ਗੱਲ ਬਹੁਤ ਸਹੀ ਸੀਗਾ। ਫਿਰ ਵੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਇੰਨਾ ਟਾਈਮ ਲਈ। ਸੋ ਆਪਾਂ ਗੱਲ ਕਰਦੇ ਸੀ ਕਿ ਐਕਸਪੈਂਸਿਵ ਪਲੇਸਿਸ ਜਿਹੜੇ ਆ ਤੇ ਉਹ ਕਿਉਂ ਇੰਨੇ ਐਕਸਪੈਂਸਿਵ ਹੁੰਦੇ ਆ? ਕੋਈ ਰੀਜ਼ਨ ਵੀ ਹੈਗਾ ਉਹਦੇ ਪਿੱਛੇ? ਰੀਜ਼ਨ ਹੈਗਾ ਆ। ਹਾਂਜੀ, ਤੁਸੀਂ ਸੋਚੋ 90s ਦੇ ਵਿੱਚ ਫਿਊਨਲ ਦੇ ਕਿੰਨੇ ਪੈਸੇ ਹੁੰਦੇ ਸੀ? 1500 pound, 2000 pound ਇੰਨੇ। ਹਾਂਜੀ, ਪਰ ਕਿਉਂ ਵਧੇ ਪ੍ਰਾਈਸ ਹੈ? ਇਟਸ ਬਿਕਾਜ਼ ਤੁਸੀਂ ਜਿਹੜੇ ਕ੍ਰੈਮੇਟੋਰੀਅਮ ਦੇ ਫੀਸ ਹੈ, ਹਾਂਜੀ, ਉਹਨਾਂ ਦੇ ਵੀ ਬਹੁਤ ਦੇ ਐਵਰੇਜ ਅਰਾਊਂਡ ਬਿਟਵੀਨ 800 to 1000 pound। ਕ੍ਰੈਮੇਟੋਰੀਅਮ ਦੇ। ਹਾਂਜੀ, ਉਹਨਾਂ ਦੇ ਗੈਸ ਬਿਜਲੀ ਵੀ ਦੇ ਪੈਸੇ ਲੱਗਦੇ ਆ, ਗੈਸ ਤੇ ਨਾਲੇ ਫਿਊਨਲ ਡਾਇਰੈਕਟਰ ਦੇ ਵੀ ਉਹ ਵੀ ਪ੍ਰਾਈਸ ਵਧਾ ਦਿੰਦੇ। ਹਾਂਜੀ, ਜਿਹੜੇ ਬਾਕਸਾਂ ਹੁੰਦਾ ਉਹਨਾਂ ਨੂੰ ਮਿਲਦੇ ਬਹੁਤ ਸਸਤੇ, ਪਰ ਉਹ ਪ੍ਰਾਈਸ ਦਾ ਵਧਾ ਦਿੰਦੇ ਉਹਨਾਂ ਦੇ। that's why they're on the increase। ਹਾਂਜੀ, ਸੋ ਸਾਡੇ ਨਾਲ ਕੋਲਰ ਜੁੜੇ ਆ ਜੀ, ਕੋਲਰ ਨਾਲ ਵੀ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਜੀ? ਹਾਂਜੀ, ਮੈਂ ਬਾਜੀ ਲਾਸਟ ਵੀਕ ਕੀਤਾ ਸੀ ਫੋਨ, ਫਿਰ ਮੈਂ ਸਾਰੀ ਵੀਕ ਡੀਕਦੀ ਰਹੀ, ਇਹਨਾਂ ਦਾ ਫੋਨ ਨਹੀਂ ਆਇਆ ਮੁੜ ਕੇ। ਹਨਾ ਆਂਟੀ, ਇਦਾਂ ਹੋ ਨਹੀਂ ਸਕਦਾ। ਡੈਫੀਨਿਟਲੀ ਜ਼ਰੂਰ ਕੀਤਾ, ਤਾਂ ਕਿ ਮੈਂ ਕਾਫੀ ਕੋਲ ਹੈਗੇ, ਉਹਨਾਂ ਨੇ ਫੋਨ ਚੁੱਕੇ ਨੇ। ਹਾਂਜੀ, ਪਤਾ ਕੀ, ਮੈਂ ਉਹਨਾਂ ਨੂੰ ਦੱਸਿਆ ਸੀਗਾ ਵੀ ਮੈਂ ਕੀ ਪੁੱਛਣਾ ਚਾਹੁੰਦੀ ਆ। ਹਨਾ ਅੱਛਾ, ਫਿਰ ਫੋਨ ਤਾਂ ਆਇਆ ਸੀ ਫਿਰ? ਹਾਂਜੀ, ਆਇਆ ਸੀਗਾ, ਮੈਂ ਉਹਨਾਂ ਨੂੰ ਦੱਸਿਆ ਸੀਗਾ। ਕਹਿੰਦੇ ਫਿਰ ਤੁਹਾਨੂੰ ਕਦੋਂ ਫੋਨ ਕਰ ਲੈਣ? ਮੈਂ ਕਿਹਾ ਮੈਂ ਕੰਮ ਤੋਂ ਆ ਜਾਂਦੀ ਆ, ਮੈਂ 4 ਵਜੇ, ਤਾਂ ਮੈਂ ਕਿਹਾ ਮੈਨੂੰ ਜਦੋਂ ਮਰਜ਼ੀ ਕਰ ਲੈਣ, ਵੀ ਮੈਂ ਆਹੀ ਪੁੱਛਣਾ ਆਪਣੇ ਫਿਊਨਰ ਵਾਲੇ ਜਿੱਦਾਂ ਕਰਨੇ ਲਈ। ਠੀਕ ਹੈ ਜੀ। ਹਾਂ, ਤੁਸੀਂ ਕਰੋਗੇ ਫਿਰ ਮੈਨੂੰ, ਜਾਂ ਪ੍ਰੋਗਰਾਮ ਤੋਂ ਬਾਅਦ ਕਰ ਲਿਓ? ਮੈਂ ਪ੍ਰੋਗਰਾਮ ਤੋਂ ਬਾਅਦ ਚ ਮੈਂ ਕਰ ਦੂੰਗਾ ਡੈਫੀਨਿਟਲੀ। ਹਾਂਜੀ, ਕੋਲ ਤੋਂ ਬਾਅਦ ਆਪਾਂ ਜ਼ਰੂਰ ਗੱਲ ਕਰਾਂਗੇ ਜੀ। ਸੋ ਬ੍ਰੇਕ ਦਾ ਸਮਾਂ ਹੋ ਗਿਆ ਜੀ। ਬ੍ਰੇਕ ਤੋਂ ਬਾਅਦ ਆਪਾਂ ਇਹੀ ਗੱਲਾਂ ਜਿਹੜੀਆਂ ਜਾਰੀ ਰੱਖਾਂਗੇ, ਕਿਉਂਕਿ ਬਹੁਤ ਇੰਪੋਰਟੈਂਟ ਆ ਅਸੀਂ ਇਹਨਾਂ ਟੌਪਿਕਾਂ ਦੇ ਉੱਤੇ ਵਿਚਾਰ ਕਰੀਏ, ਕਿਉਂਕਿ ਬਹੁਤ ਇੰਪੋਰਟੈਂਟ ਆ ਕਿ ਇਹਨਾਂ ਸਵਾਲਾਂ ਦਾ ਵੀ ਅਸੀਂ ਜਿਹੜਾ ਜਵਾਬ ਦਈਏ। ਸੋ ਸੰਗਤਾਂ ਨੂੰ ਇਹੀ ਬੇਨਤੀ ਆ ਕਿ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਜਾਂ ਤੁਹਾਡਾ ਕੋਈ ਤੁਸੀਂ ਵਿਚਾਰ ਦੇਣਾ ਚਾਹੁੰਦੇ ਇਸ ਪ੍ਰੋਗਰਾਮ ਦੇ ਵਿੱਚ, ਤਾਂ ਪਲੀਜ਼ ਅਕਾਲ ਚੈਨਲ ਦੇ ਨੰਬਰ ਤੇ ਤੁਸੀਂ ਕਾਲ ਕਰਕੇ ਜ਼ਰੂਰ ਆਪਣਾ ਕੁਐਸਚਨ ਪੁੱਛਿਓ, ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਕਿ ਤੁਹਾਨੂੰ ਵੀ ਜਿਹੜਾ ਆ ਇਹਨਾਂ ਕੁਐਸਚਨਾਂ ਦਾ ਜਵਾਬ ਮਿਲੇ, ਤਾਂ ਕਿ ਫਿਰ ਤੁਸੀਂ ਅੱਗੇ ਜਿਹੜਾ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਂਦੀ ਆ। ਸੋ ਬ੍ਰੇਕ ਤੇ ਜਾਣ ਦਾ ਜਿਹੜਾ ਸਮਾਂ ਆ ਬਿਲਕੁਲ ਸੀਮਿਤ ਆ। ਸੋ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਤੇ ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੋਂ ਬਾਅਦ ਅਕਾਲ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਫਿਰ ਸਵਾਗਤ ਕਰਦਾ ਜੀ ਅਕਾਲ ਐਡਵਾਈਸ ਬਿਊਰੋ ਦੇ ਵਿੱਚ। ਸੋ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਵਿਲਸ ਟਰਸਟ ਤੇ ਫਿਊਨਰਲ ਪਲੈਨਿੰਗ ਦੇ ਉੱਤੇ ਆ। ਸਭ ਤੋਂ ਪਹਿਲਾਂ ਸਾਡੇ ਨਾਲ ਕੋਲਰ ਜੁੜਿਆ ਜੀ, ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਜੀ?
ਮੈਂ ਪੁੱਛਣਾ ਚਾਹੁੰਦਾ ਸੀ ਇੱਕ ਸਵਾਲ ਤੇ ਮੇਰਾ ਆ ਕਿ ਅੱਜ ਨਾਰਮਲੀ ਕੀ ਪ੍ਰਾਈਸ ਹੈਗਾ ਜਿਹੜਾ ਮਿਨੀਮਮ ਮੀਡੀਅਮ ਕਲਾਸ ਦੀ ਫੈਮਿਲੀ ਦਾ, ਤੇ ਦੂਸਰਾ ਇੱਕ ਬਜ਼ੁਰਗ ਨੇ ਪੁੱਛਿਆ ਆ, ਮੈਂ ਉਹਨਾਂ ਨੂੰ ਦੱਸਿਆ ਸੀ ਤੁਹਾਡੇ ਬਾਰੇ ਵੀ ਕਰ ਲਓ, ਤੇ ਉਹ ਕਹਿੰਦੇ ਸੀ ਵੀ ਜਿੱਦਾਂ ਅਸੀਂ ਪੈਸੇ ਜਮ੍ਹਾਂ ਕਰਾਉਣੇ ਸ਼ੁਰੂ ਕਰ ਦਿੰਦੇ ਆ ਵੀਕਲੀ ਜਾਂ ਮੰਥਲੀ, ਤੇ ਜੇ ਆਦਮੀ ਦੇ ਪੈਸੇ ਇਕੱਠੇ ਇੱਕੋ ਵਾਰ ਦੇ ਦਿੰਦਾ ਤੇ ਡੈਥ ਇੰਡੀਆ ਵਿੱਚ ਹੋ ਜੇ ਤੇ ਫਿਰ ਉਹਨਾਂ ਪੈਸਿਆਂ ਦਾ ਕੀ ਕਰਦੇ ਆ? ਕਿਉਂਕਿ ਜੇ ਉਹ ਫੈਮਿਲੀ ਇੰਡੀਆ ਚਲਾ ਜਾਂਦਾ, ਉਹ ਬੰਦਾ ਇਕੱਲਾ ਹੀ ਆ, ਉਹ ਇੱਥੇ ਬਜ਼ੁਰਗ ਰਹਿੰਦਾ, ਤੇ ਜੋ ਇੰਡੀਆ ਚਲਾ ਜਾਂਦਾ ਤੇ ਉਸ ਮਨੀ ਦਾ ਕੀ ਕਰਦੇ ਆ? ਇਹ ਸਵਾਲ ਸੀ। ਓਕੇ, ਜਿਹੜੀ ਪਹਿਲੀ ਤੁਹਾਡੀ ਕੁਐਸਚਨ ਜਿੱਦਾਂ ਵਿਲ ਦੀ ਪ੍ਰਾਈਸ ਹੈ ਉਹ ਜਿੱਦਾਂ ਐਵਰੇਜ ਹੁੰਦੀ ਆ ਅਰਾਊਂਡ 150-250 ਪਾਉਂਡ, ਇੰਨੀ ਕਿਆ ਵਿਲ ਦੀ ਪ੍ਰਾਈਸ ਹੈ ਐਵਰੇਜ। ਜਿਹੜੀ ਤੁਹਾਡੀ ਸੈਕੰਡ ਕੁਐਸਚਨ ਆ ਜਿਹੜੇ ਫਿਊਨਰਲ ਪਲਾਨ ਤੁਸੀਂ ਗੱਲ ਕਰਦੇ, ਤੁਸੀਂ ਦੇਖੋ ਤੁਸੀਂ ਅੱਜ ਸਾਰੇ ਪੈਸੇ ਦੇ ਤੇ ਫਿਊਨਰਲ ਦੇ, ਇੰਡੀਆ ਗਏ, ਇੰਡੀਆ ਡੈਥ ਹੋ ਗਏ, ਸਭ ਤੋਂ ਪਹਿਲਾਂ ਤੁਸੀਂ ਦੇਖੋ ਤੁਸੀਂ ਫਿਊਨਰਲ ਕਿੱਥੇ ਕਰਨਾ, ਤੁਸੀਂ ਇੰਡੀਆ ਕਰਨਾ ਜਾਂ ਇੱਥੇ UK ਦੇ ਵਿੱਚ ਹੈ। ਜੇ ਤੁਸੀਂ ਇੰਡੀਆ ਵਿੱਚ ਕਰਨਾ, ਜਿਹੜੇ ਫਿਊਨਰਲ ਦੇ ਪਲਾਨ ਤੁਸੀਂ ਦਿੱਤੇ ਉਹ ਤੁਹਾਨੂੰ ਪੈਸੇ ਜਿਹੜੇ ਫੈਮਿਲੀ ਨੂੰ ਪੈਸੇ ਵਾਪਸ ਮਿਲ ਜਾਂਦੇ, ਜਾਂ ਉਹ ਫਿਊਨਰਲ ਪਲਾਨ ਲੈ ਸਕਦੇ ਉਹਨੇ ਆਪ ਲਈ, ਜਾਂ ਤੁਹਾਡੀ ਦੂਜੀ ਆਪਸ਼ਨ ਆ ਜੇ ਇੰਡੀਆ ਡੈਥ ਹੋ ਗਈ ਤੁਹਾਡੀ, ਤੁਸੀਂ ਇੱਥੇ ਫਿਊਨਰਲ ਕਰਨਾ, ਤੁਹਾਡੀ ਟਰੈਵਲ ਇੰਸ਼ੋਰੈਂਸ ਬੋਡੀ ਇੱਥੇ ਲੈ ਕੇ ਆਓਗੇ, ਫਿਰ ਤੁਹਾਡਾ ਫਿਊਨਰਲ ਪਲਾਨ ਦੇ ਪੈਸੇ ਉਹ ਤੁਹਾਡੇ ਫਿਊਨਰਲ ਤੇ ਗਏ। ਅੱਛਾ, ਉਹ ਦੂਸਰੀ ਇੰਸ਼ੋਰੈਂਸ ਕਰਾਉਣੀ ਪੈਣੀ ਬੋਡੀ ਟਰੈਵਲ ਕਰਾਉਣ ਵਾਸਤੇ? ਉਹ ਤਾਂ ਬਹੁਤ ਜ਼ਰੂਰੀ ਆ, ਜੇ ਤੁਸੀਂ ਇੰਡੀਆ ਜਾਂ ਟਰੈਵਲ ਇੰਸ਼ੋਰੈਂਸ ਤੁਹਾਨੂੰ ਚਾਹੀਦਾ ਡੈਫੀਨਿਟਲੀ ਜੀ, ਡੈਫੀਨਿਟਲੀ। ਤਾਂ ਕਿ ਇੱਕ ਮੈਂ ਸਟੋਰੀ ਦੱਸਾਂ, ਇੱਕ ਕਲਾਇੰਟ ਉਹ ਅਮਰੀਕਾ ਗਏ ਸੀ, ਉਹਨਾਂ ਨੇ ਥੋੜੇ ਹਾਰਟ ਦੀ ਪ੍ਰੋਬਲਮ ਸੀ, ਉੱਥੇ ਗਏ ਅਮਰੀਕਾ, ਉੱਥੇ ਅਮਰੀਕਾ ਹਾਰਟ ਅਟੈਕ ਹੋ ਗਿਆ ਸੀ, ਫਿਰ 2 ਹਫ਼ਤੇ ਰਹੇ ਹਸਪੀਟਲ ਦੇ ਵਿੱਚ। ਉਹਨਾਂ ਦਾ ਬਿੱਲ ਆਇਆ ਸੀ $55,000 ਦਾ, $55,000। ਫਿਰ ਉਹ ਹੌਲੀ ਹੌਲੀ ਐਵਰੀ ਮੰਥ ਉਹ ਦਿੰਦੇ ਆ, ਤਾਂ ਕਿ ਉਹਨਾਂ ਨੇ ਕੋਈ ਟਰੈਵਲ ਇੰਸ਼ੋਰੈਂਸ ਹੀ ਲਈ ਸੀ। This was very important। ਜਿਹੜੀ ਟਰੈਵਲ ਇੰਸ਼ੋਰੈਂਸ ਕਿੰਨੀ ਕੁ ਹੁੰਦੀ ਆ? ਟਰੈਵਲ ਇੰਸ਼ੋਰੈਂਸ ਤਾਂ ਹੁੰਦੀ 10 ਪਾਉਂਡ ਦੀ ਮਿਲ ਸਕਦੀ, 50 ਪਾਉਂਡ ਦੀ ਮਿਲ ਸਕਦੀ, ਪਰ ਜੇ ਤੁਹਾਡੇ ਕੋਈ ਜਿੱਦਾਂ ਮੈਡੀਕਲ ਦੀ ਹੈਲਥ ਦੀ ਪ੍ਰੋਬਲਮ ਆ, ਜੇ ਕੋਈ ਦਾ ਡਾਇਬੀਟੀਜ਼ ਜਾਂ ਪ੍ਰੀਵੀਅਸ ਤੁਹਾਡਾ ਹਾਰਟ ਅਟੈਕ ਹੋਇਆ ਔਰ ਐਨੀਥਿੰਗ, ਉਹ ਫਿਰ ਥੋੜੇ ਜ਼ਿਆਦਾ ਲੱਗਣੇ ਆ। ਨਹੀਂ ਤਾਂ ਜਦੋਂ ਟਰੈਵਲ ਕਰਨਾ ਉਦੋਂ ਹੀ ਲੈਂਦੇ ਆ ਕਿ ਹਰ ਮੰਥ ਨੂੰ? ਨਹੀਂ, ਜਦੋਂ ਟਰੈਵਲ ਹੀ ਜਾਣਾ ਫੇਰ ਲਈ। ਜੇ ਤੁਸੀਂ ਇੰਡੀਆ ਜਾਣਾ ਟਿਕਟ ਦੇ ਨਾਲ ਹੀ ਕਰਾਉਣੀ? ਹਾਂਜੀ, ਜੇ ਤੁਸੀਂ ਇੰਡੀਆ ਲਈ 1 ਮਹੀਨੇ ਲਈ ਜਾਣਾ, ਫਿਰ ਉਹ ਟਰੈਵਲ ਇੰਸ਼ੋਰੈਂਸ ਸਾਡੇ 1 ਮਹੀਨੇ ਲਈ ਕਵਰ ਕਰਦੇ ਆ। ਯਾ ਹਾਂਜੀ, ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਜੇ ਤੁਹਾਡਾ ਕੋਈ ਹੋਰ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਪਲੀਜ਼ ਅਕਾਲ ਚੰਦ ਦੇ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਜ਼ਰੂਰ ਤੁਸੀਂ ਆਪਣਾ ਸਵਾਲ ਪੁੱਛਿਓ, ਕਿਉਂਕਿ ਐਡਵਾਈਸ ਲੈਣਾ ਹੀ ਸਾਡਾ ਇਹ ਜਿਹੜਾ ਸ਼ੋਅ ਦਾ ਇਹ ਮਕਸਦ ਇਹੀ ਆ ਕਿ ਅਸੀਂ ਦਰਸ਼ਕਾਂ ਨੂੰ ਜਿਹੜਾ ਵੀ ਐਡਵਾਈਸ ਉਹਨਾਂ ਨੂੰ ਚਾਹੀਦਾ ਵਿਲਸ, ਫਿਊਨਰਲ ਪਲੈਨਿੰਗ ਤੇ ਟਰਸਟ ਬਾਰੇ ਉਹਨਾਂ ਨੂੰ ਐਡਵਾਈਸ ਮਿਲੇ। ਸੋ ਜੇ ਅੱਗੇ ਜਾਈਏ ਤਾਂ ਇੱਕ ਸਵਾਲ ਮਨ ਦੇ ਵਿੱਚ ਉੱਠਦਾ ਕਿ ਜੇ ਤੁਸੀਂ ਵਿਲ ਨਹੀਂ ਬਣਾਈ ਤਾਂ ਫਿਰ ਉਹਦਾ ਕਿੱਦਾਂ ਫਿਰ ਜਿਹੜਾ ਤੁਹਾਡਾ ਸਮਾਨ ਹੈਗਾ, ਪੈਸੇ ਹੈਗੇ ਜਾਂ ਘਰ ਹੈਗੇ, ਉਹ ਕਿੱਦਾਂ ਫਿਰ ਡਿਵਾਈਡ ਹੁੰਦਾ? ਇੱਕ ਆਂਟੀ ਕਹਿੰਦੀ ਸੀ ਜੇ ਮੈਨੂੰ ਪਹਿਲਾਂ ਕੁਛ ਹੋ ਗਿਆ ਸਾਰਾ ਅੰਕਲ ਨੂੰ ਚੱਲ ਜਾਣਾ, ਮੈਂ ਫਿਰ ਵਿਲ ਦੀ ਕੀ ਲੋੜ ਆ? ਮੈਂ ਕਿਹਾ ਚਲੋ ਠੀਕ ਆ, ਗੱਲ ਤਾਂ ਤੁਹਾਡੀ ਸਹੀ ਆ, ਪਰ ਹੋਰ ਵੀ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਚਾਹੀਦਾ। ਤੁਸੀਂ ਦੇਖੋ ਜੇ ਤੁਹਾਨੂੰ ਪਹਿਲਾਂ ਕੁਛ ਹੋ ਗਿਆ ਦੈਨ ਅੱਧਾ ਜੇ ਨਿਆਣੇ ਹੈਗੇ ਤੁਹਾਡੇ ਕੋਲ, ਹਾਂਜੀ 250,000 ਜੇ ਅੱਗੇ ਜੇ 500,000 ਦਾ ਸਾਰਾ ਕੁਛ ਹੈ, ਘਰ ਪਾ ਕੇ ਪੈਸੇ, ਠੀਕ ਹੈ, ਆਂਟੀ ਦੀ ਡੈਥ ਹੋ ਗਈ, ਕੋਈ ਵਿਲ ਨਹੀਂ ਬਣਾਈ, ਹਾਂਜੀ 250,000 ਪਾਉਂਡ ਅੰਕਲ ਨੂੰ ਗਿਆ, ਜਿਹੜੇ ਬਾਕੀ 2.5 ਲੱਖ ਹੈ, ਹਾਂਜੀ 250,000 ਉਹ ਅੱਧਾ ਅੰਕਲ ਨੂੰ ਗਿਆ, ਫਿਰ ਅੱਧਾ ਨਿਆਣੇ ਨੂੰ ਗਿਆ। So they only get 25%. That's it. Yeah, that's it. If there's no will. ਜੇ ਕੋਈ will ਨਹੀਂ ਬਣਾਈ, ਠੀਕ ਹੈ। ਫਿਰ ਦੇਖੋ ਜੇ ਨਿਆਣੇ ਜਿੱਦਾਂ ਅਗੇਨ ਜੇ ਉਹ ਰੋਂਗ ਪਾਸੇ ਗਏ, ਉਹਨਾਂ ਦੇਖੋ ਇੰਨੇ ਪੈਸੇ ਆ ਗਏ। ਹਾਂਜੀ ਬਿਲਕੁਲ, this why it's important ਤੁਸੀਂ will ਚਾਹੀਦੇ ਆ। Definitely। ਵਾਕਈ ਅਸੀਂ ਹਮੇਸ਼ਾ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਪਲੈਨਿੰਗ ਜਿਹੜੀ ਆ ਬਹੁਤ ਇੰਪੋਰਟੈਂਟ ਆ। ਪਲੈਨਿੰਗ ਤੋਂ ਬਿਨਾਂ ਜਿਹੜਾ ਆ ਤੁਹਾਡਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਜੇ ਇਸ ਤਰ੍ਹਾਂ ਦਾ ਕਾਂਡ ਹੋ ਗਿਆ ਕਿ ਫਿਰ ਤੁਹਾਡੇ ਫੈਮਿਲੀ ਦੇ ਉੱਤੇ ਕੀ ਵਾਪਰੂਗਾ ਉਹ ਵੀ ਫਿਰ ਜਿਹੜਾ ਆ ਅਸੀਂ ਨਹੀਂ ਬਿਆਨ ਕਰ ਸਕਦੇ ਹਾਂ, ਕਿਉਂਕਿ ਕਈ ਵਾਰੀ ਇੱਕ ਘਰ ਦੇ ਵਿੱਚ ਵੀ ਲੜਾਈਆਂ ਵੀ ਸ਼ੁਰੂ ਹੋ ਜਾਂਦੀਆਂ ਇਹਨਾਂ ਗੱਲਾਂ ਦੇ ਉੱਤੇ। ਸੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਪਲੀਜ਼ ਅਕਾਲ ਚੰਦ ਦੇ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜ਼ਰੂਰ ਪੁੱਛਿਓ। ਸੋ
ਅੱਗੇ ਜੇ ਆਪਾਂ ਜਾਈਏ ਤਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਕਈਆਂ ਨੂੰ ਚਾਹ ਹੁੰਦਾ ਕਿ ਅਸੀਂ ਸਪੈਸੀਫਿਕ ਟਾਈਪ ਦਾ ਅਸੀਂ ਫਿਊਨਰਲ ਕਰਨਾ, ਜਾਂ ਸਾਡੇ ਵਿਸ਼ੇਜ਼ ਇੱਦਾਂ ਦੇ ਆ ਫਿਊਨਰਲ ਦੇ ਕਿ ਅਸੀਂ ਇਸ ਤਰ੍ਹਾਂ ਦਾ ਫਿਊਨਰਲ ਕਰਨਾ, ਸੋ ਉਹਦਾ ਕੀ ਜਿੱਦਾਂ ਆਪਾਂ ਕਹਿ ਪ੍ਰੋਸੈਸ ਹੁੰਦਾ? ਸੋ ਜਿਹੜੇ ਆਪਣੇ ਜੋ ਸਿੱਖਾਂ ਉਹ ਕਰਮੇਸ਼ਨ ਕਰਦੇ ਆ। ਫਿਰ ਮੈਂ ਇੱਕ ਅੰਕਲ ਨੂੰ ਮਿਲਣ ਗਿਆ ਸੀ, ਉਹ ਕਹਿੰਦੇ ਸੀ ਰਾਜ ਜੋ ਮੈਂ ਟੈਲੀ ਤੇ ਦੇਖਿਆ ਸੀ, ਨਾਲੇ ਮੈਂ ਫਿਊਨਰਲ ਪਲਾਨ ਬਣਾਉਣਾ। ਅੱਛਾ, ਮੈਂ ਕਿਹਾ ਠੀਕ ਆ, ਸਾਰੇ ਪੇਪਰ ਤਿਆਰ ਕੀਤੇ ਸੀ। ਮੈਂ ਕਿਹਾ ਚਲੋ ਤੁਸੀਂ ਕਿਹੜਾ ਪਲਾਨ ਲੈਣਾ? ਉਹਨਾਂ ਨੇ ਦੱਸਤਾ। ਮੈਂ ਕਿਹਾ ਫਿਰ ਕਰਮੇਸ਼ਨ। ਕਹਿੰਦੀ ਨਹੀਂ। ਮੈਂ ਕਿਹਾ ਬੈਰੀਅਲ? ਕਹਿੰਦੀ ਉਹ ਵੀ ਨਹੀਂ। ਮੈਂ ਕਿਹਾ ਫਿਰ ਅੰਕਲ ਤੁਸੀਂ ਕੀ ਕਰਨਾ? ਉਹ ਕਹਿੰਦਾ ਸੀ ਮੈਂ ਸੀ ਬੈਰੀਅਲ ਕਰਨਾ। ਅੱਛਾ। ਮੈਂ ਸੋਚਿਆ ਕਿ ਕਿਉਂ? ਮੈਂ ਸੋਚਿਆ ਉਹ ਮਜ਼ਾਕ ਕਰਦੇ ਸੀ ਨਾ। ਕਹਿੰਦੀ ਤਾਂ ਕਿ ਮੈਂ ਆਪਣੀ ਲਾਈਫ ਦੇ ਵਿੱਚ ਮੈਂ ਬਹੁਤ ਇੱਦਾਂ ਸੀ ਫੂਡ ਖਾਦਾ, ਮੱਛੀ ਬਹੁਤ ਖਾਦੇ। ਫਿਰ ਮੈਂ ਬਾਅਦ ਚੋਂ ਸੀ ਬੈਰੀਅਲ, ਫਿਰ ਜਦੋਂ ਮੇਰੀ ਬੋਡੀ ਸੀ ਸਮੁੰਦਰ ਵਿੱਚ ਗਈ, ਉਹ ਮੈਂ ਖਾ ਸਕਦਾ। ਬਿਲਕੁਲ। ਹਾਂਜੀ। ਫਿਰ ਉਹਦੇ ਫਿਰ ਜਿੱਦਾਂ ਐਕਸਟਰਾ ਜਿੱਦਾਂ ਸਾਰਾ ਬਿਲਟ ਇਨ ਕੀਤਾ। ਕਈ ਹੈਗੇ ਘੋੜੇ ਰੱਖਣੇ, ਮੈਨੂੰ 6 ਚਿੱਟੇ ਘੋੜੇ ਚਾਹੀਦੇ ਆ ਜਾਂ ਕਾਲੇ ਘੋੜੇ ਚਾਹੀਦੇ ਆ। ਹਾਂਜੀ, ਉਹ ਸਾਰਾ ਪਹਿਲਾਂ ਅਸੀਂ ਲਿਖ ਸਕਦੇ ਆ। ਅੱਛਾ। ਜੇ ਤੁਸੀਂ ਅੱਜ ਕੱਲ੍ਹ ਜੇ ਟੈਲੀ ਦੀ ਸਕਰੀਨ ਵੀ ਚੱਲਦੇ, ਜੇ ਵੀਡੀਓ ਉੱਦਾਂ ਦਿਖਾਣੀ ਆ ਫਿਰ ਉਹ ਵੀ ਤਾਂ ਪਾਸ ਦੇ ਵਿੱਚ। ਨਾਲ ਇੱਕ ਆਂਟੀ ਕਹਿੰਦੀ ਜਿਹੜਾ ਵਿਕਰ ਦਾ ਕੌਫਨ ਹੁੰਦਾ, ਵਿਕਰ ਉਹ ਇਨਵਾਇਰਮੈਂਟਲੀ ਫਰੈਂਡਲੀ ਹੁੰਦਾ, ਕਹਿੰਦੀ ਮੈਂ ਉਹ ਲੈਣਾ। ਉਹ ਲੈਣਾ। ਫਿਰ ਉਹਦੇ ਵੀ ਸਾਰਾ ਬਿਲਟ ਇਨ। ਠੀਕ ਆ। ਜੋ ਵੀ ਤੁਹਾਡੀ ਵਿਸ਼ ਆ ਅਸੀਂ ਕਰ ਸਕਦੇ ਹਾਂ, ਬਸ ਲਿਖਣ ਦੀ ਲੋੜ ਆ। ਫਿਰ ਆ ਜਿੱਦਾਂ ਫਿਊਨਰਲ ਦੇ ਸਾਈਡ ਵਿਸ਼ੇਜ਼ ਬਾਅਦ 'ਚ ਜਿਹੜੇ ਕਦੇ ਵਾਰੀ ਜੇ ਤੁਹਾਡੇ ਆਪਸ 'ਚ ਬਣਦੇ ਨਹੀਂ, ਕੁੜੀ ਨਾਲ ਨਹੀਂ ਬਣਦੀ, ਮੁੰਡਿਆਂ ਨਾਲ ਬਣਦੀ, ਭੈਣ ਨਾਲ ਨਹੀਂ ਬਣਦੇ, ਤੁਸੀਂ ਚਿੱਠੀ ਲਿਖ ਸਕਦੇ ਆ ਮੇਰੀ ਫਿਊਨਰਲ ਤੇ ਉਹ ਮੇਰੀ ਭੈਣ ਨਹੀਂ ਆ ਸਕਦੇ। ਅੱਛਾ। So you can do it exactly how you want it. You can do it that way. ਜੇ ਉਹ ਆਈ ਆ ਫਿਊਨਰਲ ਤੇ ਜੋ ਅਫਸੋਸ ਕਰਨ, ਉਹ ਚਿੱਠੀ ਦਿਖਾ ਦੋ ਉਹਨੂੰ। ਅੱਛਾ। ਚਿੱਠੀ ਦਿਖਾ ਕੇ ਤੇ ਲੋ ਸਾਡੀ ਡੈਡ ਦੀ ਵਿਸ਼ ਸੀ, ਭਾਜੀ ਤੁਸੀਂ ਆ ਨਹੀਂ ਸਕਦੇ, ਆ ਦੇਖੋ ਚਿੱਠੀ ਲਿਖਿਆ। ਜੇ ਤੁਸੀਂ ਹੋਰ ਐਕਸਟਰਾ ਪ੍ਰੋਟੈਕਸ਼ਨ ਕਰਨੀ, ਤੁਸੀਂ ਵੀਡੀਓ ਤੇ ਤੁਸੀਂ ਕਹਿ ਦੋ। ਵੀਡੀਓ ਤੇ ਜਿੱਦਾਂ ਮੈਂ ਐਕਸਪਲੇਨ ਵੀ ਕੀਤਾ ਸੀ, ਇੱਕ ਆਂਟੀ ਦੇ ਵਿਸ਼ ਸੀ ਏਦਾਂ ਕਰਨਾ ਸੀ। ਇੱਥੇ ਅਸੀਂ ਬੈਠੇ ਸੀ ਵੇਲ, ਮੈਂ ਫੜ ਕਿੱਦਾਂ ਰੱਖਿਆ ਵੀਡੀਓ ਸਾਹਮਣੇ ਕੈਮਰਾ। ਮੈਂ ਕਿਹਾ ਆਂਟੀ ਦੱਸੋ ਤੁਸੀਂ ਕਿਹਨੂੰ ਦੇਣਾ? ਆਂਟੀ ਨੇ ਕਹਿਤਾ। ਫਿਰ ਉਹ ਕਹਿ ਸੀ ਮੇਰੇ ਮੁੰਡੇ ਨੇ ਕੋਈ ਹੱਥ ਨਹੀਂ ਲਾਣਾ, ਏਦਾਂ ਆਹ ਕਰਨਾ ਉਹ ਕਰਨਾ, ਤਾਂ ਕਿ ਫਿਰ ਬਾਅਦ 'ਚ ਉਹ ਕਹਿ ਸਕਦੇ ਆ ਚਿੱਠੀ ਕਿਹਨੇ ਲਿਖੀ? ਤੂੰ ਲਿਖੇ। ਪਰ ਜੇ ਵੀਡੀਓ ਤੇ ਸਾਹਮਣੇ ਕੁਛ ਫਿਰ ਕਹਿ ਨਹੀਂ ਸਕਦੇ, ਕੋਈ ਨਹੀਂ ਕਹਿ ਸਕਦਾ। ਬਿਲਕੁਲ। ਸੋ ਸਾਡੇ ਨਾਲ ਕਾਲਰ ਜੁੜੇ ਆ ਜੀ, ਕਾਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਪੁੱਛਣਾ ਚਾਹੁੰਦੇ ਜੀ? ਹਾਂਜੀ ਭਾਜੀ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਵਿਲ ਦੇ ਕਾਫੀ ਪ੍ਰੋਗਰਾਮ ਮੈਂ ਦੇਖਦਾ, ਲੇਕਿਨ ਮੈਂ ਕਦੇ ਗੌਰ ਨਹੀਂ ਕੀਤਾ ਇਹਨਾਂ ਤੇ ਪੁੱਛਣੀ ਸੀ ਕਿ ਜਿਹੜਾ ਵਿਲ ਹੈ, ਜਿਵੇਂ ਮੇਰੇ ਬੱਚੇ ਤਕਰੀਬਨ 13 ਸਾਲ 10 ਸਾਲ ਜਾਂ 8 ਸਾਲ ਦੇ ਨੇ। ਹਾਂਜੀ। ਤੇ ਅਗਰ ਫਰਜ਼ਨ ਮੈਨੂੰ ਕੋਈ ਹੋ ਜਾਂਦਾ ਤੇ ਕਿਉਂਕਿ ਮੇਰੀ ਵਾਈਫ ਤੇ ਹੈ ਔਰ ਮੇਰੇ ਬੱਚੇ ਛੋਟੇ ਨੇ, ਉਹ ਆਟੋਮੈਟਿਕਲੀ ਮੇਰਾ ਬਿਜ਼ਨਸ ਜਾਂ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਸਾਰੀ ਉਹਨਾਂ ਦੇ ਨਾਲ ਚਲੀ ਜਾਏਗੀ ਜਾਂ ਉਹਦੇ ਲਈ ਵੀ ਵਿਲ ਦੀ ਜ਼ਰੂਰਤ ਹੈ? ਨਹੀਂ ਫਿਰ ਜੇ ਤੁਸੀਂ ਕਿ ਵਿਲ ਦੀ ਜੇ ਤੁਸੀਂ ਵਿਲ ਬਣਾਈ ਜਾਂ ਨਹੀਂ ਬਣਾਈ? ਜੀ ਮੈਂ ਵਿਲ ਕੁਝ ਨਹੀਂ ਬਣਾਇਆ। ਕੁਛ ਨਹੀਂ ਬਣਾਇਆ। ਆਲਰਾਈਟ। ਤੁਸੀਂ ਦੇਖੋ ਜੇ ਮੈਂ ਐਗਜ਼ਾਮਪਲ ਦਿੰਦਾ ਸੀ, ਜੇ ਤੁਸੀਂ ਵਿਲ ਨਹੀਂ ਬਣਾਈ, 250,000 ਪਰ ਵਾਈਫ ਨੂੰ ਜਾਣਾ, ਜੋ ਵੀ ਬਾਕੀ ਰਹਿੰਦਾ ਅੱਧਾ ਜਾਣਾ ਵਾਈਫ ਨੂੰ, ਨਾ ਨਿਆਣੇ ਨੂੰ। ਜੇ ਉਹ ਛੋਟੇ ਆ ਜੇ ਤੁਸੀਂ ਏਜ ਦੱਸਿਆ ਸੀ, ਉਹ ਕਿੱਦਾਂ ਸਾਰਾ ਪੈਸੇ ਦਾ ਮੈਨੇਜ ਕਰ ਸਕਦੇ, ਘਰ ਕਿੱਦਾਂ ਅਸੀਂ ਮੈਨੇਜ ਕਰ ਸਕਦੇ? ਫਿਰ ਜੇ ਉਹਨਾਂ ਨੂੰ ਮਿਲੇ ਪੈਸੇ, ਉਹ ਟਰਸਟ ਦੇ ਵਿੱਚ ਪਾਣੇ ਪੈਣੇ। ਫਿਰ ਟਰਸਟੀ ਦੇ ਨਾਂ ਲਿਖਣੇ ਪੈਣੇ, ਉਹ ਟਰਸਟੀ ਸਾਰਾ ਮੈਨੇਜ ਕਰਦੇ ਆ। ਫਿਰ ਤੁਹਾਡੀ ਵਾਈਫ ਵੀ ਟਰਸਟੀ ਬਣ ਸਕਦੀ, ਪਰ ਤੁਹਾਨੂੰ 2 ਚਾਹੀਦੇ ਟਰਸਟੀ। ਪਰ ਜੇ ਤੁਸੀਂ ਪਹਿਲਾਂ ਲਿਖਿਆ ਵਿਲ ਦੇ ਵਿੱਚ, ਫਿਰ ਤਾਂ ਤੁਹਾਨੂੰ ਕੋਈ ਹੈਡੇਕ ਨਹੀਂ ਹੋਗੇ। this why it's important ਤੁਸੀਂ ਵਿਲ ਬਣਾਈ, it's very important। ਉਹ ਵਿਲ ਬਣਾਉਣਾ ਬਹੁਤ। ਹਾਂਜੀ। ਓਕੇ ਜੀ, ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਹਾਂਜੀ, ਅਸੀਂ ਗੱਲ ਸ਼ੁਰੂ ਕੀਤੀ ਆ ਤੇ ਨੈਕਸਟ ਜਿਹੜੀ ਆਪਾਂ ਕਹਿ ਸਕਦੇ ਮੇਨ ਗੱਲ ਆ ਕਿ ਪਾਵਰ ਆਫ ਅਟਰਨੀ ਕੀ ਇੱਕ ਹੁੰਦਾ ਕੀ ਆ, ਤੇ ਫਿਰ ਉਸ ਤੋਂ ਬਾਅਦ ਇਹਦਾ ਫਿਰ ਜਿੱਦਾਂ ਬਿਜ਼ਨਸ ਪਾਵਰ ਆਫ ਅਟਰਨੀ ਦੇ ਨਾਲ ਕੀ ਹੁੰਦਾ? ਓਕੇ, ਪਾਵਰ ਆਫ ਅਟਰਨੀ ਉਹ ਡਾਕੂਮੈਂਟ ਹੁੰਦੀ ਆ ਜੇ ਤੁਹਾਨੂੰ ਦਿਮਾਗ ਨੂੰ ਕੁਛ ਹੋ ਗਿਆ, ਯੂ ਹੈਵ ਐਕਸੀਡੈਂਟ, ਡਿਮੈਂਸ਼ੀਆ, ਐਨੀਥਿੰਗ,
ਤੁਸੀਂ ਡਿਸੀਜਨ ਨਹੀਂ ਬਣਾ ਸਕਦੇ। ਤੁਸੀਂ ਕਿਹਨੂੰ ਅਥਾਰਟੀ ਦਿੰਦੇ ਆ ਤੁਹਾਡੇ ਲਈ ਡਿਸੀਜਨ ਬਣਾਉਣ? ਅੱਛਾ, ਤੂੰ ਦੇਖ, ਤੁਸੀਂ ਇੰਟੈਂਸਿਵ ਕੇਅਰ ਦੇ ਵਿੱਚ ਆ, ਘਰ ਵੇਚਣਾ, ਪਰ ਤੁਸੀਂ ਸਾਈਨ ਕਿੱਦਾਂ ਕਰ ਸਕਦੇ? ਪਰ ਤੁਸੀਂ ਪਹਿਲਾਂ ਲਿਖ ਸਕੇ ਮੇਰਾ ਮੁੰਡਾ ਕੁੜੀ ਵਾਈਫ, ਉਹ ਸਾਰਾ ਸਾਈਨ ਕਰ ਸਕਦੇ। ਰਾਈਟ, ਯਾ ਹਾਂਜੀ। ਨਾਲੇ ਦੇयर इज ਅਨਦਰ ਥਿੰਗ, ਉਹ ਇੱਕ ਹੈਲਥ ਲਈ ਹੁੰਦਾ, ਨਾਲੇ ਇੱਕ ਪੈਸੇ ਨਾਲ ਪ੍ਰੋਪਰਟੀ ਲਈ ਹੁੰਦਾ। ਇੱਕ ਨਿਊਜ਼ ਦੇ ਵਿੱਚ ਆਈ ਸੀ, ਇੱਕ ਹਸਬੈਂਡ ਉਹ ਆਪਣੇ ਨਿਆਣੇ ਨਾਲ ਖੇਡਦਾ ਸੀ। ਅੱਛਾ, ਉਹ ਸਕੇਟਬੋਰਡ ਤੇ ਜਿੱਦਾਂ ਸਕੇਟਬੋਰਡ ਨਹੀਂ ਹੁੰਦਾ, ਹਾਂਜੀ, ਉਹਦੇ ਵਿੱਚ ਜਿੱਦਾਂ ਉਹ ਟਰਾਈ ਕਰਦਾ ਸੀ, ਪਰ ਉਹ ਤੇਲ ਕੇ ਡਿੱਗ ਪਿਆ ਪਿੱਛੇ, ਫਿਰ ਸਿਰ ਦੀ ਸੱਟ ਲੱਗੇ। ਅੱਛਾ, ਫਿਰ ਉਹ 2 ਹਫ਼ਤੇ ਲਈ ਇੰਟੈਂਸਿਵ ਕੇਅਰ ਦੇ ਵਿੱਚ ਰਿਹਾ। ਪਰ ਲੱਕਲੀ ਉਹਨੇ ਬਣਾਈ ਸੀ ਪਾਵਰ ਟੈਨੀ। ਡਾਕਟਰ ਕਹਿੰਦਾ ਸੀ ਇਹਨੇ ਤਾਂ ਮਰਨਾ ਤਾਂ ਨਹੀਂ, ਪਰ ਇਹਦਾ ਪਰਮਨੈਂਟ ਬ੍ਰੇਨ ਡੈਮੇਜ ਆ। ਅੱਛਾ, ਫਿਰ ਤੁਸੀਂ ਦੱਸੋ ਅਸੀਂ ਕੀ ਕਰੀਏ? ਫਿਰ ਉਹ ਪਾਵਰ ਟੈਨੀ ਦੇ ਵਿੱਚ ਲਿਖਿਆ ਸੀ, ਉਹਨੇ ਭਾਈ ਨੇ ਲਿਖਿਆ ਸੀ, ਜੇ ਮੈਂ ਆਪਣੇ ਨਿਆਣੇ ਨਾਲ ਖੇਡ ਨਹੀਂ ਸਕਦਾ, ਜੇ ਮੈਂ ਕਦੀ ਫੁੱਟਬਾਲ ਖੇਡ ਨਹੀਂ ਸਕਦਾ, ਜੇ ਮੈਂ ਕਦੀ ਕੰਮ ਨਹੀਂ ਕਰ ਸਕਦਾ, ਫਿਰ ਮੈਂ ਲਾਈਫ ਮਸ਼ੀਨ ਬੰਦ ਕਰ ਦੇ। ਅੱਛਾ, ਯਾ ਟਰਨ ਇਟ ਆਫ। ਯਾ ਤਾਂ ਕਿ ਫਿਰ ਉਹਦੇ ਵਾਈਫ ਨੂੰ ਪਤਾ ਹੈ ਇਹਦੀ ਕੀ ਵਿਸ਼ ਹੈ। ਫਿਰ ਉਹਨੇ ਵਾਈਫ ਨੇ ਡਾਕਟਰ ਨੂੰ ਕਹਿਤਾ I'm sorry but ਮਸ਼ੀਨ ਬੰਦ ਕਰ ਦੋ। ਯਾ So they can't go past those wishes either. Exactly. ਇਹਦੀ ਵਿਸ਼ ਜੇ ਇਹਨੇ ਨਹੀਂ ਲਿਖਿਆ, ਜੇ ਵਾਈਫ ਨੂੰ ਨਹੀਂ ਪਤਾ, ਉਹਨੇ ਕਹਿਣ ਸੀ ਨਹੀਂ ਮਸ਼ੀਨ ਆਨ ਕਰ ਦੋ, ਪਰ ਉਹਨੇ ਆਪਣੇ ਸਾਰੀ ਉਮਰ 'ਚ ਵੀਲ ਚੇਅਰ 'ਚ ਰਹਿਣਾ ਸੀ। But that wasn't his wish. Exactly. So ਵਾਕਈ ਜਿਹੜਾ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ, ਕਈ ਕਿਸਮ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਰੱਬ ਦੀ ਹੋਣੀ ਜਿਹੜੀ ਆ ਕੋਈ ਨਹੀਂ ਢਾਲ ਸਕਦਾ, ਤੇ ਪਰ ਉਹਦੇ ਵਾਸਤੇ ਅਸੀਂ ਪਲੈਨਿੰਗ ਜ਼ਰੂਰ ਕਰ ਸਕਦੇ ਹਾਂ। ਪਲੈਨਿੰਗ ਦੀ ਬਹੁਤ ਜ਼ਰੂਰਤ ਆ, ਤੇ ਪਲੈਨਿੰਗ ਕਰਨ ਲਈ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਲੈਨਿੰਗ ਦੇ ਵਿੱਚ ਆਉਂਦਾ ਕੀ ਆ। ਸੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਤਾਂ ਪਲੀਜ਼ ਅਕਾਲ ਚੈਨਲ ਦੇ ਨੰਬਰ 'ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜ਼ਰੂਰ ਪੁੱਛਿਓ, ਕਿਉਂਕਿ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਆਪਣਾ ਸਵਾਲ, ਕੋਈ ਸ਼ੰਕਾ ਜਿਹੜਾ ਤੁਹਾਡੇ ਮਨ ਦੇ ਵਿੱਚ ਹੈਗਾ ਉਹ ਜ਼ਰੂਰ ਕਲੀਅਰ ਕਰਨਾ ਚਾਹੀਦਾ। ਸੋ ਅੱਗੇ ਜੇ ਆਪਾਂ ਜਾਈਏ ਤੇ ਬਿਜ਼ਨਸ ਪਾਵਰ ਆਫ ਅਟਾਰਨੀ ਤੇ, ਹਾਂਜੀ, the business power of attorney, that's another good one. ਜਿੱਦਾਂ ਅਸੀਂ ਲਾਸਟਿੰਗ ਪਾਵਰ ਆਫ ਅਟਾਰਨੀ ਜਿੱਦਾਂ ਆਪਣੀ ਹੈਲਥ ਲਈ ਪਰਸਨਲ, ਜੇ ਤੁਹਾਡੇ ਕੋਲ ਬਿਜ਼ਨਸ ਹੈਗਾ, ਜਿੱਦਾਂ 3 ਸ਼ੇਅਰ ਹੋਲਡਰ ਹੈਗੇ, ਤੁਹਾਡੇ ਕੋਲ 50-60 ਤੁਹਾਡਾ ਸਟਾਫ ਹੈਗਾ, ਹਾਂਜੀ, ਨਾ ਤੁਸੀਂ ਸਟਾਫ ਨੂੰ ਤੁਸੀਂ ਇਕੱਲੇ ਤੁਸੀਂ ਸਟਾਫ ਨੂੰ ਪੈਸੇ ਦਿੰਦੇ ਆ, ਪੇ ਦਿੰਦੇ, ਪਰ ਜੇ ਤੁਹਾਨੂੰ ਕੁਝ ਹੋ ਗਿਆ, ਤੁਸੀਂ ਇੰਟੈਂਸਿਵ ਕੇਅਰ ਦੇ ਵਿੱਚ ਆ, ਫਿਰ ਸਟਾਫ ਨੂੰ ਪੈਸੇ ਕਿੱਦਾਂ ਮਿਲਣੇ? ਜਿਹੜੇ ਦੂਜੇ ਸ਼ੇਅਰ ਹੋਲਡਰ ਹੈਗੇ ਉਹਨਾਂ ਨੂੰ ਪਤਾ ਨਹੀਂ ਕਿੱਦਾਂ ਪੈਸੇ, ਕਿੱਦਾਂ ਪੇਰੋਲ ਦਾ ਕਿੱਦਾਂ ਸਾਰਿਆਂ ਨੂੰ ਪੈਸੇ ਕਿੱਦਾਂ ਦੇਣੇ। ਹਾਂਜੀ, ਜੇ ਤੁਸੀਂ ਪਾਵਰ ਟੈਨੀ ਬਣਾਈ, ਤੁਸੀਂ ਕਹਿ ਸਕਦੇ ਆ ਜੇ ਮੇਰੇ 2 ਡਾਇਰੈਕਟਰ ਨਾਲ ਕੰਮ ਕਰਦੇ, ਉਹ ਸਾਰੇ ਮੇਰੇ ਲਈ ਸਾਰਾ ਸਾਈਨ ਕਰ ਸਕਦੇ ਆ, ਉਹ ਮੇਰੇ ਲਈ ਡਿਸੀਜਨ ਬਣਾ ਸਕਦੇ, ਬਟ ਓਨਲੀ ਫॉर द ਬਿਜ਼ਨਸ, not personal. So ਇੱਕ ਪਾਸੇ ਦੇ ਤੁਸੀਂ ਬਿਜ਼ਨਸ ਦਾ ਵੀ ਬਣਾ ਸਕਦੇ ਆ to make sure your business is safe as well, and then you can make sure your health is safe at the same time. So ਇਹਦੇ ਨਾਲ I guess one of the questions that would come out of that is then what's the requirements for power of attorney? So power of attorney ਬਣਾਉਣ ਲਈ ਕੀ ਸਾਨੂੰ ਕਰਨਾ ਪੈਂਦਾ? ਸਭ ਤੋਂ ਪਹਿਲਾਂ ਜੇ ਤੁਸੀਂ ਪਾਵਰ ਆਫ ਅਟਾਰਨੀ ਬਣਾਉਣੀ ਆ, ਜਿਹਦਾ ਆਈਡੀ ਚਾਹੀਦੀ ਮੈਨੂੰ, ਆਈਡੀ, ਫਿਰ ਤੁਸੀਂ ਦੱਸੋ ਤੁਸੀਂ ਕਿਹਦਾ ਨਾਮ ਲਿਖਣਾ। ਹਸਬੈਂਡ ਵਾਈਫ, ਨੋਰਮਲੀ ਜੇ ਹਸਬੈਂਡ ਨੂੰ ਕੁਛ ਹੋ ਗਿਆ ਉਹ ਵਾਈਫ ਦਾ ਨਾਮ ਲਿਖ ਸਕਦੇ। ਫਿਰ ਉਹ ਕਦੇ ਵੀ ਤੁਸੀਂ ਕਹਿ ਸਕਦੇ ਚਲ ਵਾਈਫ ਪਹਿਲਾਂ, ਫਿਰ ਜੇ ਵਾਈਫ ਨਹੀਂ ਹੈਗੀ ਫਿਰ ਨਿਆਣੇ, ਜਾਂ ਤੁਸੀਂ ਸਾਰੇ ਇਕੱਠੇ ਕਰ ਸਕਦੇ। not just 1 or 2, you can have recommended 4. ਅੱਛਾ, up to 4. but ਜੇ ਤੁਹਾਡੇ ਕੋਲ 5 ਨਿਆਣੇ ਆ, 6 ਨਿਆਣੇ, ਫਿਰ ਤੁਸੀਂ ਸਾਰੇ ਦੇ ਨਾਲ ਲਿਖ ਸਕਦੇ ਆ। That's it. ਫਿਰ ਜਦੋਂ ਪੇਪਰ ਸਾਰਾ ਸਾਈਨ ਕਰਕੇ, ਇੱਕ ਹੈਗੀ ਜਗ੍ਹਾ ਬਰਮਿੰਘਮ 'ਚ, ਉੱਥੇ ਭੇਜਣੇ ਆ। ਅੱਛਾ, ਫਿਰ ਉਹਨਾਂ ਨੇ ਸਟੈਂਪ ਲਾਣੇ ਆ, ਜਿੰਨੇ ਤੱਕ ਸਟੈਂਪ ਨਹੀਂ ਲਾਉਂਦੇ ਫਿਰ ਰਜਿਸਟਰਡ ਨਹੀਂ ਆ। ਅੱਛਾ, ਪਰ ਉਹ ਪੈਸੇ ਚਾਰਜ ਕਰਦੇ ਆ, £164 a person. ਰਾਈਟ, ਬਟ ਜੇ ਤੁਹਾਡੀ ਇਨਕਮ ਇਜ਼ ਬਿਲੋ 12,000, ਜਾਂ ਤੁਹਾਡੀ ਕੋਈ ਬੈਨੀਫਿਟ ਵਾਲਾ ਸਟੇਟ ਪੈਨਸ਼ਨ ਇੱਦਾਂ ਕੁਛ ਹੈ, ਮੈਨੂੰ ਬਸ ਉਹ ਪ੍ਰੂਫ ਚਾਹੀਦੀ ਆ ਕਿ ਤੁਹਾਨੂੰ ਮਿਲਦੀ। ਫਿਰ ਬਸ ਫਾਰਮ ਦੇ ਨਾਲ ਉਹ ਭੇਜਣਾ, ਫਿਰ ਤੁਹਾਨੂੰ ਰਜਿਸਟ੍ਰੇਸ਼ਨ ਦੀ ਫੀ ਦੇਣੇ ਨਹੀਂ ਪੈਣੇ। ਸੋ ਉਹਦੇ ਜਿਹੜੇ ਪਾਵਰ ਆਫ ਅਟਾਰਨੀ ਦੇ ਤੁਹਾਡੇ ਬਣਦੇ ਆ ਰੈਪਰੈਜ਼ੈਂਟੇਟਿਵਸ, ਉਹਨਾਂ ਦਾ ਫਿਰ ਜੇ ਆਪਾਂ ਕਹਿ ਸਕਦੇ ਕਿ ਜਿੱਦਾਂ ਜੇ ਮੁੰਡੇ ਨੇ ਕੁਛ ਕਹਿਤਾ ਤੇ ਕੁੜੀ ਨੇ ਕੁਛ ਕਹਿਤਾ, ਫਿਰ ਉਹਦਾ ਫਿਰ ਡਿਸੀਜਨ ਕਿੱਦਾਂ ਉਹ ਲੈਂਦੇ ਆ ਫਿਰ? ਫਿਰ ਜਿੱਦਾਂ ਵੋਟਿੰਗ ਸਿਸਟਮ ਦਾ ਹੋ ਜਾਂਦਾ। ਅੱਛਾ, ਸੋ ਡੈਮੋਕ੍ਰੇਸੀ ਤਾਂ ਪਰ ਸਭ ਤੋਂ ਪਹਿਲਾਂ ਦੇਖਣਾ ਪੈਣਾ
ਜਿਹੜਾ ਬੰਦਾ ਹੈਗਾ ਇੰਟੈਂਸਿਵ ਕੇਅਰ ਦੇ ਵਿੱਚ ਉਹਦੇ ਲਈ ਕਰਦੇ ਆ ਜੇ ਮੁੰਡਾ ਕਹਿੰਦਾ ਅਸੀਂ ਮਸ਼ੀਨ ਬੰਦ ਕਰਨੀ, ਕੁੜੀ ਕਹਿੰਦੀ ਨਹੀਂ ਲਾਈਫ ਸਪੋਰਟ ਮਸ਼ੀਨ ਔਨ ਰਹਿਣ ਦੇਣੀ ਆ, ਫਿਰ ਆਪਸ 'ਚ ਲੜ ਪਏ। ਪਰ ਡੈਡੀ ਦਾ ਦੇਖੋ, ਡੈਡੀ ਕੀ ਚਾਹੁੰਦੇ ਸੀ। ਦੈਟਸ ਵਾਈ ਮੈਂ ਸਾਰਿਆਂ ਨੂੰ ਪਹਿਲਾਂ ਕਹਿੰਦਾ ਤੁਸੀਂ ਖੁੱਲ੍ਹ ਕੇ ਤੁਸੀਂ ਆਪਸ 'ਚ ਨਿਆਣੇ ਨਾਲ ਆਪਸ ਗੱਲ ਕਰੋ, ਤੁਹਾਡੀ ਕੀ ਵਿਸ਼ ਆ, ਕੀ ਵਿਸ਼ਜ਼ ਆ। ਜੇ ਤੁਸੀਂ ਹੁੰਦੀ DNR ਫੋਰਮ ਹੁੰਦਾ, ਡੂ ਨਾਟ ਰਿਸੈਸਿਟੇਟ ਫੋਰਮ, ਡੂ ਨਾਟ ਰਿਸੈਸਿਟੇਟ, ਤਾਂ ਕਿ ਜਦੋਂ ਉਹ ਇਹਦਾ CPR ਨਹੀਂ ਕਰਦੇ ਤੁਸੀਂ ਪਹਿਲਾਂ ਕਹਿ ਸਕਦੇ ਜੇ ਮੈਨੂੰ ਕੁਛ ਹੋਣਾ ਇੱਦਾਂ ਰਿਸੈਸਿਟੇਟ ਨਾ ਕਰੋ। ਸਾਨੂੰ ਡਰਨਾ ਨਹੀਂ ਚਾਹੀਦਾ, ਤਾਂ ਕਿ ਇੱਕ ਦਿਨ ਹੋ ਸਕਦਾ ਆ ਉਸ ਟਾਈਮ ਦੇ ਤਾਂ ਤੁਸੀਂ ਸਟ੍ਰੈਸ ਵਿੱਚ ਰਹਿਣਾ ਆ, ਤੁਸੀਂ ਸੋਚਣਾ ਉਹ ਇਹ ਕੀ ਚਾਹੁੰਦੇ ਸੀ, ਫਿਰ ਤੁਸੀਂ ਪਹਿਲਾਂ ਇੱਦਾਂ ਗੱਲ ਕਰੋ, ਫਿਰ ਤੁਸੀਂ ਦਾ ਪੈਨ ਤੋਂ ਪੇਪਰ ਤੁਸੀਂ ਇਹਦਾ ਲਿਖ ਲਓ। ਬਿਲਕੁਲ make life easier for yourself and for your channel, for the family। So ਇੱਥੇ next ਜਿਹੜੀ ਗੱਲ ਆ disabled trust ਬਾਰੇ, ਕਿਉਂਕਿ ਡਿਸੇਬਿਲਿਟੀਜ਼ ਜਿਹੜੇ ਆ ਉਸ ਤੁਹਾਨੂੰ ਵੀ ਪਤਾ ਆਮ ਬੰਦਿਆਂ ਦੇ ਵਿੱਚ ਵੀ ਹੋ ਜਾਂਦਾ ਅੱਜ ਕੱਲ੍ਹ। ਸੋ ਡਿਸੇਬਲਡ ਟਰਸਟ ਉਹ ਕਿਸ ਤਰ੍ਹਾਂ ਦਾ ਉਹ ਪ੍ਰੋਸੈਸ ਹੁੰਦਾ? ਓਕੇ 3 ਬੱਚੇ, ਇੱਕ ਨੂੰ ਡਿਸੇਬਿਲਿਟੀ ਆ, could be anything, ਜਿੱਦਾਂ they can't manage money, property ਦਾ ਉਹ ਤੁਰ ਨਹੀਂ ਸਕਦੇ, it could be anything। ਜਿਹੜੇ ਲੋਕੀ ਉਹ ਕਹਿੰਦੇ ਆ ਜੇ ਅਸੀਂ ਵੈਲ ਬਣਾਉਣਾ ਪਰ ਸਾਰਾ ਕੁਛ ਦੂਜੇ ਨੂੰ ਦੇਣਾ, ਪਰ ਉਹ ਜਿਹੜੇ ਡਿਸੇਬਲਡ ਮੁੰਡਾ ਹੈਗਾ ਉਹ they will look after him। but risk ਆ ਜੇ ਇਹਨਾਂ ਦੀ ਕੋਈ ਆਪਸ 'ਚ ਲੜਾਈ ਹੋ ਗਈ ਜਾਂ ਇਹਨਾਂ ਦਾ ਵਿਆਹ ਹੋ ਗਿਆ, ਤੁਹਾਨੂੰ ਪਤਾ ਕਿ ਰਿਲੇਸ਼ਨਸ਼ਿਪ ਚੇਂਜ ਹੋ ਜਾਂਦੇ ਵਿਆਹ ਤੋਂ ਬਾਅਦ 'ਚ, ਫਿਰ ਜਿਹੜੇ ਡਿਸੇਬਲਡ ਦਾ ਮੁੰਡਾ ਹੈਗਾ ਫਿਰ ਉਹਨੇ ਕਿੱਦਾਂ ਲੁੱਕ ਆਫਟਰ ਕਰਨੇ। ਸੋ ਦਿਸ ਇਜ਼ ਵਾਈ ਤੁਸੀਂ 3 ਹਿੱਸੇ ਕਰ ਦਿਓ। ਜਿਹੜਾ ਡਿਸੇਬਲ ਦਾ ਚਾਈਲਡ ਆ ਉਹਦਾ ਹਿੱਸਾ ਟਰਸਟ ਵਿੱਚ ਪਾ ਦਿਓ, ਟਰਸਟ ਵਿੱਚ ਪਾ ਦਿਓ। ਦੂਜੇ ਹੈਗੇ ਭੈਣ ਭਰਾ ਉਹਦੇ ਲਈ ਕਾਫਟ ਕਰ ਸਕਦੇ, ਪੈਸੇ ਤਾਂ ਉਹਦੇ ਆ 100% protected। So they can't mess with it। So ਸਾਡੇ ਨਾਲ ਕਾਲਰ ਜੁੜੇ ਆ ਜੀ, ਕਾਲਰ ਨਾਲ ਆਪਾਂ ਗੱਲਬਾਤ ਕਰਦੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਪੁੱਛਣਾ ਚਾਹੁੰਦੇ ਜੀ? ਕੀ ਪੁੱਛਣਾ ਚਾਹੁੰਦੇ? ਸੋਚ ਦੀ ਗੱਲ ਚੱਲਦੀ ਸੀ ਜੀ, ਮੈਂ ਗੋਡਿਆਂ ਦਾ ਮਰੀਜ਼ ਆ, ਹਾਰਟ ਦਾ ਵੀ ਆ। ਹਾਂਜੀ ਹਾਂਜੀ। ਮੈਂ ਇੰਡੀਆ ਜਾਣਾ ਹੋਵੇ ਤਾਂ ਮੈਂ ਇੰਸ਼ੋਰੈਂਸ ਹੋ ਸਕਦੀ ਆ? ਹੋ ਸਕਦੇ ਆ ਅੰਕਲ ਜੀ, ਪਰ ਜਿੱਦਾਂ ਤੁਹਾਨੂੰ ਸਾਰਾ ਜੋ ਤੁਸੀਂ ਜੇ ਇੰਟਰਨੈਟ ਤੇ ਜਾਂ ਜੇ ਟੈਲੀ ਦੀ ਆਵਾਜ਼ ਅੰਕਲ ਜੀ ਟੈਲੀਵਿਜ਼ਨ ਦੀ ਆਵਾਜ਼ ਜਿਹੜੀ ਆ ਬੰਦ ਕਰਕੇ ਫੋਨ ਤੇ ਉੱਤੇ ਸਾਡੇ ਨਾਲ ਗੱਲ ਕਰੋ ਜੀ। ਜਿਹੜੇ ਹਾਂਜੀ ਫੋਨ ਕੱਟ ਹੋਇਆ ਜਿਹੜੀ ਅੰਕਲ ਦੀ ਕੁਐਸਚਨ ਵੈਰੀ ਗੁੱਡ ਕੁਐਸਚਨ, ਕਰ ਸਕਦੇ ਆ ਬਟ ਉਹਨਾਂ ਤੁਹਾਨੂੰ ਪੁੱਛਣਾ ਆ ਜੋ ਤੁਸੀਂ ਫਾਰਮ ਫਿਲ ਕਰਦੇ ਤੁਹਾਡੇ ਕੀ ਪ੍ਰੋਬਲਮ ਆ। ਜੇ ਤੁਹਾਡਾ ਹਾਰਟ ਅਟੈਕ ਹੋਇਆ, ਹਾਰਟ ਅਟੈਕ ਕਦੋਂ ਹੋਇਆ ਸੀ, ਕਿਹੜੀ ਦਵਾਈਆਂ ਖਾਂਦੇ, ਪੇਸਮੇਕਰ ਪਾਇਆ ਕਦੋਂ ਪਾਇਆ, ਫਿਰ ਇਟਸ ਅ ਲੌਂਗ ਪ੍ਰੋਸੈਸ। ਉਹ ਕਹਿ ਸਕਦਾ ਤੁਸੀਂ ਇੰਡੀਆ ਜਾਣਾ ਇਹਨਾਂ ਚਿਰ ਲਈ, ਅਸੀਂ ਇਹਨਾਂ 'ਚ ਤੁਹਾਨੂੰ ਕਵਰ ਕਰਦੇ, ਪਰ ਤੁਹਾਡੇ ਲੱਗਣੇ ਆ 800 ਪਾਉਂਡ। ਤਾਂ ਕਿ ਇਹ ਰਿਸਕ ਬਹੁਤ ਆ ਜੇ ਉੱਥੇ ਕੁਛ ਹੋ ਗਿਆ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਜੇ ਉਹ ਅਮਰੀਕਾ ਦੇ ਗਏ ਸੀ ਉੱਥੇ ਹਾਰਟ ਅਟੈਕ ਹੋ ਗਿਆ, ਤੁਸੀਂ ਦੇਖੋ 800 ਪਾਉਂਡ ਦੇ ਦਿਓ ਜਾਂ ਬਾਅਦ 'ਚ ਤੁਹਾਡਾ $55,000 ਦਾ ਤੁਹਾਨੂੰ ਬਿੱਲ ਆਉਣਾ। So again, planning, plan first and then you don't have to worry about it after। So next question ਜਿਹੜਾ ਹੈਗਾ ਉਹ ਹੈਗਾ ਕਿ ਕਿਉਂਕਿ ਘਰਾਂ ਦੇ ਵਿੱਚ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਤੇ ਕਈ ਗੱਲਾਂ ਤੋਂ ਅਸੀਂ ਕਹਿੰਦੇ ਹੁੰਦੇ ਕਿ ਅਸੀਂ ਕਿਸੇ ਨਿਆਣੇ ਨੂੰ ਐਕਸਕਲੂਡ ਕਰਨਾ ਵਿਲ ਦੇ ਵਿੱਚ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਐਕਸਕਲੂਡ ਕਰਨਾ, ਉਹ ਕਿਸ ਤਰ੍ਹਾਂ ਦਾ ਫਿਰ ਸਿਸਟਮ ਹੁੰਦਾ? ਸੋ ਇਹ ਤਾਂ ਅੱਜ ਕੱਲ੍ਹ ਬਹੁਤ ਹੁੰਦਾ, ਬਹੁਤ ਜਿੱਦਾਂ ਹੁੰਦਾ। ਸੋ ਤੁਸੀਂ ਸਭ ਤੋਂ ਪਹਿਲਾਂ ਵਿਲ ਦੇ ਵਿੱਚ ਲਿਖਣਾ ਆ ਮੈਂ ਕੁੜੀ ਨੂੰ ਇੱਕ ਪੈਨੀ ਵੀ ਨਹੀਂ ਦੇਣੀ। ਅੱਛਾ she doesn't get anything, so exclude from the will। ਫਿਰ ਤੁਸੀਂ ਚਿੱਠੀ ਲਿਖੋ ਕਿਉਂ। ਫਿਰ ਹੋ ਤੁਸੀਂ ਵੀਡੀਓ ਬਣਾ ਸਕਦੇ। ਉਹ ਦੀ ਅਦਰ ਆਪਸ਼ਨ ਇਜ਼ ਜਾਂ ਤੁਸੀਂ ਤੁਹਾਡੇ ਨਾਲ ਕੁੜੀ ਦੀ ਬਣਦੀ ਨਹੀਂ ਪਰ ਤੁਸੀਂ ਲਿਖ ਸਕਦੇ ਆ ਮੈਂ ਕੁੜੀ ਨੂੰ ਬਸ 500 ਪਾਉਂਡ ਦੇਣਾ। ਅੱਛਾ ਜਾਂ 1000 ਪਾਉਂਡ ਦੇਣਾ। ਪਰ ਬਾਕੀ ਸਾਰਾ ਕੁਛ ਮੁੰਡੇ ਨੂੰ ਜਾਣਾ ਜਾਂ ਦੂਜੇ ਨਿਆਣੇ ਨੂੰ ਜਾਣਾ। ਤੁਸੀਂ ਲਿਖ ਸਕਦੇ ਆ, ਫਿਰ ਉਹ ਬਾਅਦ 'ਚ ਕਹਿ ਨਹੀਂ ਸਕਦੇ, ਉਹ ਕਹਿੰਦੇ ਸੀ ਮੈਨੂੰ ਕੁਝ ਦਿੱਤਾ ਨਹੀਂ।
ਸੇਫਟੀ ਹੋ ਜਾਂਦੀ ਆ सेफ्टी हो सके कैश फिर एग्जैक्टिव कैश का ये ते डैडी मम्मी डैडी ने देता है 500 पाउंड 1000 पाउंड या 5000 पाउंड so they can't interact with that, they can't mess with that in any sort of way. So ਫਿਰ ਉਹਦੇ ਵਾਸਤੇ ਜਿਹੜਾ preparation ਦੀ ਕੀ ਲੋੜ ਪਊਗੀ, ਕੀ requirements ਉਹਦੇ ਹੈਗੇ ਆ? ਬਸ ਫਿਰ ਇਦਾਂ ਆ ਤਾਂ ਮੈਨੂੰ ਬਸ ਰੀਜ਼ਨ ਚਾਹੀਦੇ ਆ ਤਾਂ ਕਿ ਫਿਰ ਬਾਅਦ ਚ ਉਹਨਾਂ ਨੇ ਮੈਨੂੰ ਪੁੱਛਣਾ ਹਾਂਜੀ ਤੂੰ ਵੇਲ ਬਣਾਈ ਸੀ ਮੰਮੀ ਡੈਡੀ ਲਈ ਹਾਂਜੀ ਤੂੰ ਇਹਨਾਂ ਦਾ ਰੀਜ਼ਨ ਕਿਉਂ ਸੀ ਮੈਨੂੰ 200 ਪਾਉਂਡ ਮਿਲਿਆ 500 ਪਾਉਂਡ ਮਿਲਿਆ ਜਾਂ ਮੈਨੂੰ ਇੱਕ ਪੈਨੀ ਵੀ ਨਹੀਂ ਮਿਲੇ ਫਿਰ ਮੈਂ ਰੀਜ਼ਨ ਦੇ ਸਕਦਾ ਆ ਤੁਹਾਡੀ ਰੀਜ਼ਨ ਆ ਜੀ ਅੱਛਾ ਉਹ ਫਿਰ ਉਹ ਕਹਿ ਸਕਦੇ ਨਹੀਂ ਆਹ ਤਾਂ ਗਲਤ ਹੋਰ ਕਿਸੇ ਨੇ ਸਾਈਨ ਕੀਤਾ ਜਾਂ ਲਿਖਿਆ ਮੈਂ ਕਿਹਾ ਚਲੋ ਤੇ ਆਹ ਵੀਡੀਓ ਵੀ ਖਿੱਚੀ ਤਾਂ ਦੇਖੋ ਫਿਰ ਮੇਨ ਚੀਜ਼ ਆ ਫਿਰ ਬਾਕੀ ਪਰਿਵਾਰ ਜਿਹੜੇ ਬਾਅਦ ਚ ਫਿਰ ਉਹਨਾਂ ਨਾਲ ਕੋਈ ਹੈਡੇਕ ਨਹੀਂ ਹੁੰਦੇ there's no headache in the family there's no ਕੋਈ problem ਨਹੀਂ ਹੁੰਦੇ ਨਾਲ ਸਾਰਾ ਕੁਝ protected ਹੈਗਾ that's it ਤਾਂ ਕਿ ਜੇ ਉਹਨਾਂ ਨੂੰ ਹੈਡੇਕ ਫਿਰ ਮੈਨੂੰ ਹੈਡੇਕ ਮੈਂ ਨਹੀਂ ਤਾਂ ਚਾਹੁੰਦਾ that's why if you do it we do it properly ਬਿਲਕੁਲ ਜੀ ਸੋ ਫਾਈਨਲ ਕੁਐਸਚਨ ਜਿਹੜਾ ਹੈਗਾ ਜਿਹੜਾ ਮੈਂ ਹਮੇਸ਼ਾ ਪੁੱਛਦਾ ਹੁੰਦਾ is that ਸਾਡੇ ਕੋਲ what are the main things that we should always buy main things that we should always plan for ਤੇ ਉਹਨਾਂ ਦੇ ਮੇਨ ਕਾਰਨ ਕੀ ਹੈ ਸਭ ਤੋਂ ਪਹਿਲਾਂ ਹੈਗਾ ਵੇਲ ਦਾ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ ਆ very very good ਤਾਂ ਉਹ ਤੁਸੀਂ ਸਾਰੇ ਵਿਸ਼ੇਸ ਲਿਖ ਸਕਦੇ ਆ ਤਾਂ ਕਿ ਜੇ ਤੁਸੀਂ ਨਹੀਂ ਤੁਸੀਂ ਵੇਲ ਬਣਾਈ ਫਿਰ ਰੋਂਗ ਪਰਸਨ ਨੂੰ ਜਾ ਸਕਦਾ ਜਿੱਦਾਂ ਆਈ ਆਲਵੇਸ ਸੇ ਜਿੱਦਾਂ ਮੈਂ ਕਾਫੀ ਐਗਜ਼ਾਮਪਲ ਦਿੱਤਾ ਇੱਕ ਅੰਕਲ ਦੀ ਡੈਥ ਹੋਈ ਸੀ no mum dad no children no wife no will ਸਾਰਾ ਕੁਝ ਭਰਾ ਨੂੰ ਗਿਆ ਅੱਛਾ ਉਹ ਭਰਾ ਦੇ ਆਪਸ ਵਿੱਚ ਬੰਦ ਸੀ 15 ਸਾਲ ਹੋਏ ਉਹਨਾਂ ਨੇ ਗੱਲ ਨਹੀਂ ਕੀਤੀ ਭਰਾ ਦੀ ਲੋਟਰੀ ਨਿਕਲ ਗਈ ਬਿਲਕੁਲ ਪਰ ਜੋ ਨੇ will ਬਣਾਈ ਸੀ then he could say it goes to wherever he wants it so a will is the first thing second one is a lasting power of attorney very 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 important thing very important for ਤੁਹਾਡੇ ਵਿਸ਼ੇਸ ਆ what's your life but mentally you're not there ਬਿਲਕੁਲ ਜੇ ਤੁਸੀਂ ਘਰ ਵੇਚਣਾ ਤੁਹਾਨੂੰ ਪੈਸੇ ਚਾਹੀਦੇ ਆ ਫੈਮਿਲੀ ਨੂੰ ਫਲੈਕਸੀਬਿਲਿਟੀ ਮਿਲਦੀ ਆ ਬਿਲਕੁਲ they get all the flexibility third one is a funeral plan funeral ਦੇ ਪੈਸੇ ਵਧੀ ਜਾਂਦੇ so this is why ਤੁਸੀਂ ਅੱਜ ਫਰੀਜ਼ ਕਰ ਸਕਦੇ ਆ again example ਮੈਂ ਦਿੱਤਾ ਅੰਕਲ ਨੇ funeral plan ਬਣਾਇਆ ਸੀ ਫਰਾਈਡੇ ਸੈਟਰਡੇ ਡੈਥ ਹੋਈ ਜੇ ਉਹਨਾਂ ਨੇ ਲੋਕਲ ਫਿਊਨਰਲ ਡਾਇਰੈਕਟਰ ਤੇ ਫਿਊਨਰਲ ਕਰਨਾ ਸੀ 1000 ਪਾਉਂਡ ਐਕਸਟਰਾ ਲੱਗਣੇ ਸੀ ਬਿਲਕੁਲ ਐਂਡ ਦ ਫੋਰਥ ਵਨ ਇਜ਼ ਟਰਸਟਸ ਟਰਸਟ ਸੀ ਫਿਰ ਜ਼ਿਆਦਾ ਪ੍ਰੋਟੈਕਸ਼ਨ ਮਿਲਦੀ ਆ ਫਿਰ ਜੇ ਤੁਸੀਂ ਨਿਆਣੇ ਨੂੰ ਦੇਤਾ ਟਰਸਟ ਦੇ ਵਿੱਚ ਉਹਨਾਂ ਦਾ ਡਿਵੋਰਸ ਹੋ ਗਿਆ ਪੈਸੇ ਸੇਫ ਆ ਨਿਆਣੇ ਨੂੰ ਦੇਤਾ ਟਰਸਟ ਦੇ ਵਿੱਚ ਉਹਨਾਂ ਨੇ ਬਿਜ਼ਨਸ ਸੈੱਟ ਕੀਤਾ ਬੈਂਕਰਪਟ ਹੋ ਗਏ ਪੈਸੇ ਸੇਫ ਆ ਨਿਆਣੇ ਦੀ ਕੋਈ ਡਿਸੇਬਿਲਿਟੀ ਬੈਨੀਫਿਟ ਆਉਂਦੇ ਆ ਉਹਨਾਂ ਤੁਸੀਂ ਪੈਸੇ ਦੇ ਟਰਸਟ ਦੇ ਵਿੱਚ ਉਹ ਬੈਨੀਫਿਟ ਬੰਦ ਨਹੀਂ ਹੁੰਦੇ they can carry on and the other one is ਜੇ ਤੁਸੀਂ ਲਾਈਫ ਇੰਸ਼ੋਰੈਂਸ ਤੁਸੀਂ ਲੈ ਸਕਦੇ ਆ ਲਾਈਫ ਇੰਸ਼ੋਰੈਂਸ is very important very very important and ਤੁਸੀਂ ਸੋਚ ਕੇ ਬਣਾਓ ਮੇਨਲੀ ਕਈ ਹੈਗੇ ਆ ਜਿਵੇਂ ਹਸਬੈਂਡ ਦੀ ਡੈਥ ਹੋ ਗਈ ਮੋਰਗੇਜ ਦੇ ਪੈਸੇ ਸੋ ਕਵਰਡ ਜੇ ਤੁਹਾਡੇ ਬੈਂਕ ਦੇ ਵਿੱਚ ਕੋਈ ਸੇਵਿੰਗਸ ਨਹੀਂ ਹੈਗੇ ਫਿਰ ਕੀ ਫਾਇਦਾ ਆ ਚਲੋ ਪ੍ਰਾਪਰਟੀ ਤਾਂ ਫ੍ਰੀ ਆ ਜੇ ਤੁਸੀਂ ਰੀਮੋਰਗੇਜ ਨਹੀਂ ਕਰ ਸਕਦੇ ਫਿਰ ਤੁਸੀਂ ਫਸ ਗਏ that's why sometimes it's good ਜਿਹੜੇ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਪੈਸੇ ਸਿੱਧਾ ਬੈਂਕ ਦੇ ਵਿੱਚ ਗਏ instead of paying off the mortgage so they're the 5 things will trust power of attorney funeral plan life insurance these 5 things ਬਹੁਤ ਜ਼ਰੂਰੀ ਆ ਵਾਕਈ we always say in the show ਅਸੀਂ ਹਰੇਕ ਵਾਰੀ ਇਹੀ ਗੱਲ ਕਹਿੰਦੇ ਆ ਕਿ ਪਲੀਜ਼ ਪਲਾਨ ਕਰੋ ਤੁਸੀਂ ਪਲਾਨ ਕਰਕੇ ਹੀ ਜਿਹੜਾ ਆ ਤੁਹਾਡਾ ਸਾਰਾ ਕੁਝ ਜਿਹੜਾ ਸੈੱਟ ਹੁੰਦਾ ਰੱਬ ਦੀ ਹੋਣੀ ਨੂੰ ਕੋਈ ਨਹੀਂ ਢਾਲ ਸਕਦਾ ਪਰ ਜਦੋਂ ਪਲੈਨਿੰਗ ਇਨ ਪਲੇਸ ਹੁੰਦੀ ਆ ਤਾਂ ਫਿਰ ਤੁਸੀਂ ਜਿਹੜਾ ਆ ਉਸ ਨੂੰ ਇੱਕ ਕਿਸਮ ਦਾ ਤੁਸੀਂ ਪ੍ਰੈਪਰੇਸ਼ਨ ਹੋ ਜਾਂਦੀ ਤੁਹਾਡੀ ਕਿ ਤੁਸੀਂ ਫਿਰ ਉਹਦੇ ਨਾਲ ਜਿਹੜਾ ਆ ਤੁਸੀਂ ਇੱਕ ਕਿਸਮ ਦਾ ਆਪਣੀ ਫੈਮਿਲੀ ਦੀ ਲਾਈਫ ਜਿਹੜੀ ਆ ਉਹ ਸੈੱਟ ਕਰ ਸਕਦੇ ਆ ਸੋ ਇਹ ਸੀਗਾ ਜੀ ਸਾਡਾ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਪਲੀਜ਼ ਅਕਾਲ ਚੰਦ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਤੇ ਇੱਥੇ ਜੀ ਇਹ ਵੀ ਗੱਲ ਆ ਜਾਂਦੀ ਆ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਰਹਿੰਦਾ ਹੋਵੇ ਤਾਂ ਤੁਸੀਂ ਪਲੀਜ਼ ਇੱਕ ਵਾਰੀ ਫੋਨ ਕਰਕੇ ਤੁਸੀਂ ਅਕਾਲ ਚੰਦ ਦੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਨੰਬਰ ਜ਼ਰੂਰ ਛੱਡਿਓ ਕਿਉਂਕਿ ਫਿਰ ਬਾਅਦ ਚ ਵੀ ਆਪਾਂ ਜਿਹੜਾ ਆ ਉਹਨਾਂ ਨੂੰ ਵੀ ਦੇ ਸਕਦੇ ਆ ਕਿਉਂਕਿ ਬਹੁਤ ਇੰਪੋਰਟੈਂਟ ਆ ਕਿਉਂਕਿ ਰਾਜ ਭਾਈ ਨੂੰ ਵੀ ਆਪਾਂ ਜਿਹੜਾ ਆ ਮੈਸੇਜ ਕਰ ਸਕਦੇ ਆ ਉਹਨਾਂ ਨੂੰ ਦੇ ਸਕਦੇ ਆ ਉਹਨਾਂ ਨੂੰ ਪਾ ਸਕਦੇ ਆ ਤਾਂ ਕਿ ਫਿਰ ਉਹ ਜਿਹੜੇ ਆ ਤੁਹਾਨੂੰ ਆਪੇ ਫੋਨ ਕਰਕੇ ਆਪੇ ਕੰਟੈਕਟ ਕਰਕੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੇ ਸਕਦੇ ਆ ਸੋ
ਇਹ ਬਹੁਤ ਇੰਪੋਰਟੈਂਟ ਆ ਕਿ ਅਸੀਂ ਫਿਊਚਰ ਦਾ ਜਿਹੜਾ ਅਸੀਂ ਪਲੈਨਿੰਗ ਕਰੀ ਜਾਈਏ, ਕਿਉਂਕਿ ਫਿਊਚਰ ਦੀ ਜਦੋਂ ਪਲੈਨਿੰਗ ਹੁੰਦੀ ਆ ਤਾਂ ਫੇਰ ਹੀ ਜਿਹੜੇ ਆ ਤੁਹਾਡੇ ਜ਼ਿੰਦਗੀ ਦਾ ਜਿਹੜਾ ਸਾਰਾ ਕੁਝ ਸੌਖਾ ਹੁੰਦਾ। ਸੋ ਇਹ ਸੀਗਾ ਜੀ ਸਾਡਾ ਅੱਜ ਦਾ ਪ੍ਰੋਗਰਾਮ ਕਾਲ ਐਡਵਾਈਸ ਬਿਊਰੋ ਦਾ। ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਤਾਂ ਮੈਂ ਫੇਰ ਕਹਿੰਦਾ ਕਾਲ ਚੈਨਲ ਦੇ ਨੰਬਰ 'ਤੇ ਤੁਸੀਂ ਫੋਨ ਕਰਕੇ ਫੀਡਬੈਕ ਜ਼ਰੂਰ ਦਿਓ, ਕਿਉਂਕਿ ਬਹੁਤ ਇੰਪੋਰਟੈਂਟ ਆ। ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਦਰਸ਼ਕਾਂ ਨੂੰ ਕਿਸ ਤਰ੍ਹਾਂ ਦਾ ਵਧੀਆ ਲੱਗਿਆ, ਤੇ ਦਰਸ਼ਕਾਂ ਦਾ ਕੀ ਮਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਪਲੀਜ਼ ਅਕਾਲ ਚੈਨਲ ਦੇ ਨੰਬਰ 'ਤੇ ਤੁਸੀਂ ਫੇਰ ਦੁਬਾਰਾ ਮੈਂ ਕਹਿੰਦਾ ਕਿ ਅਕਾਲ ਚੰਦ ਦੇ ਨੰਬਰ 'ਤੇ ਤੁਸੀਂ ਫੋਨ ਕਰਕੇ ਜ਼ਰੂਰ ਪੁੱਛਿਓ ਕਿ ਮੇਰਾ ਕੋਈ ਸਵਾਲ ਸੀਗਾ ਤੇ ਇਹ ਵੀ ਮੈਂ ਪੁੱਛਣਾ ਚਾਹੁੰਦਾ ਸੀ, ਤੇ ਅਸੀਂ ਰਾਜ ਭਾਈ ਦਾ ਨੰਬਰ ਜਿਹੜਾ ਆ ਉਹਨਾਂ ਨੂੰ ਤੁਹਾਡਾ ਜਿਹੜਾ ਨੰਬਰ ਦੇ ਸਕਦੇ ਹਾਂ। ਸੋ ਬਿਲਕੁਲ ਸਾਡਾ ਜਿਹੜਾ ਸਮਾਂ ਆ ਬਿਲਕੁਲ ਸੀਮਿਤ ਆ ਜੀ, ਤੇ ਮੈਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇਖਿਆ। ਇੱਥੇ ਹੀ ਜੀ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਮਿਲਦੇ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।